ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰੂ ਅਮਰਦਾਸ ਹਿਰਦੈ ਨਿਤ ਧਿਆਨ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜੁਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਧਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ, ਗੁਰ ਕਾ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹਿਓ ਬਹੁਤ ਸਤਿਗੁਰ ਪ੍ਰਭੂ, ਜਨਨੀ ਆਦ ਜੀ ਸਿੱਖ। ਨਹਿ ਮਨ ਲਿਆਵਤ ਸਾਚ ਕੋ, ਹੋਏ ਜੋ ਬਾਤ ਭਵਿੱਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਅੰਤਰਯਾਮੀ ਗੁਰੂ ਗਰੀਬ ਨਿਵਾਜ, ਕੋਟ ਬ੍ਰਹਮੰਡਾਂ ਦੇ ਸਾਈਂ, ਧੰਨ 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 ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਕਾ ਖਾਸ ਰੂਪ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ। ਸੰਧਿਆ ਸਮੇਂ ਸੁਨੇ ਰਹਿਰਾਸ, ਕੀਰਤਨ ਕਥਾ ਸੁਨੇ ਹਰ ਜਾਸ। ਇਨਮੇ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾਪੁਰੀ ਮਹਿ ਜਾਏ। ਜਿਹੜਾ ਸੰਧਿਆ ਦੇ ਦੀਵਾਨਾਂ ਦੇ ਅੰਦਰ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰਦਾ ਹੈ, ਆਪਣੇ ਮੁਖ ਤੋਂ ਰਸਨਾ ਤੋਂ ਰਹਿਰਾਸ ਸਾਹਿਬ ਜੀ ਦੇ ਪਾਠ ਕਰਕੇ ਪ੍ਰਭੂ ਦਾ ਕੀਰਤਨ ਸਰਵਣ ਕਰੇ ਜਾਂ ਕੀਰਤਨ ਨੂੰ ਗਾਇਨ ਕਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਹਿਤਨਾਮਿਆਂ ਦੇ ਬਚਨ ਨੇ ਕਿ ਉਹ ਸਿੱਖ ਪੱਕਾ ਹੀ ਸੱਚਖੰਡ ਨੂੰ ਜਾਏਗਾ। ਅਸੀਂ ਇਹਨਾਂ ਬਚਨਾਂ ਦੇ ਮੋਹਰ ਲਗਾਉਂਦੇ ਹਾਂ। ਆਪ ਸਮੂਹ ਸਾਧ ਸੰਗਤ ਨੇ ਬੜੇ ਪ੍ਰੇਮ ਦੇ ਨਾਲ ਭਾਈ ਬਖਸ਼ੀਸ਼ ਸਿੰਘ ਜੀ ਦੇ ਜੱਥੇ ਪਾਸੋਂ ਪੰਜਵੇਂ ਪਾਤਸ਼ਾਹ ਦਾ ਉਚਾਰਨ ਸ਼ਬਦ ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ ਸ਼ਬਦ ਬੜੇ ਪ੍ਰੇਮ ਨਾਲ ਸਰਵਣ ਕੀਤਾ ਹੈ। ਆਓ ਹੁਣ ਅੱਜ ਪਹਿਲੀ ਪੋਹ ਦਾ ਦਿਨ ਹੈ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਰਾ ਹੀ ਪਰਿਵਾਰ, ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਅਤੇ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਗੁਜਰੀ ਜੀ
ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਦੇਵਾਂ ਜੀ, 10ਵੇਂ ਪਾਤਸ਼ਾਹ ਦਾ ਸਾਰਾ ਹੀ ਪਰਿਵਾਰ ਪੋਹ ਦੇ ਮਹੀਨੇ ਦੇ ਅੰਦਰ ਖੇਰੂ ਹੋ ਗਿਆ। ਤੇ ਉਹ ਮਹਾਨ ਲਸਾਨੀ ਸ਼ਹਾਦਤ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੇ, ਮਾਤਾ ਨੇ ਦਿੱਤੀ ਪੋਹ ਦੇ ਮਹੀਨੇ ਦੇ ਅੰਦਰ, ਕੜਕਦੀ ਠੰਡ ਦੇ ਅੰਦਰ, ਜੋ ਖਾਲਸਾ ਜੀ ਸਾਰੇ ਜਹਾਨ ਦੇ ਉੱਤੇ, ਸਾਰੇ ਬ੍ਰਹਿਮੰਡ ਦੇ ਉੱਤੇ ਇੱਕ ਮਿਸਾਲ ਹੈ, ਜਿਸ ਦੇ ਬਰਾਬਰ ਹੋਰ ਕੋਈ ਮਿਸਾਲ ਦੁਨੀਆ ਤੇ ਨਹੀਂ ਹੈ। ਪੋਹ ਦਾ ਅੱਜ ਪਹਿਲੀ ਪੋਹ ਦਾ ਦਿਹਾੜਾ ਹੈ। 10ਵੇਂ ਪਾਤਸ਼ਾਹ ਮਹਾਰਾਜ ਨੇ 5 ਅਤੇ 6, 5 ਦੀ ਰਾਤ ਤੇ 6 ਪੋਹ ਨੂੰ 22 ਦਸੰਬਰ ਤੇ 23 ਦਸੰਬਰ ਵਾਲੇ ਦਿਨ ਕਲਗੀਧਰ ਪਾਤਸ਼ਾਹ ਨੇ ਆਪਣਾ ਆਨੰਦਾਂ ਦੀ ਪੂਰੀ ਵਾਲਾ ਸ਼੍ਰੀ ਕੇਸਗੜ੍ਹ ਸਾਹਿਬ 6 ਤੇ 7 ਪੋਹ ਨੂੰ ਛੱਡ ਦਿੱਤਾ ਸੀ। ਉਪਰੰਤ 8 ਪੋਹ ਵਾਲੇ ਦਿਨ ਚਮਕੌਰ ਦੀ ਗੜੀ ਦੇ ਅੰਦਰ 40 ਸੂਰਮੇ ਜਿਸ ਤਰ੍ਹਾਂ ਜੂਝੇ ਸੀਗੇ, ਉਹ ਮਹਾਨ ਸ਼ਹਾਦਤਾਂ ਦਾ ਇਤਿਹਾਸ, ਉਹ ਗੌਰਵਮਈ ਇਤਿਹਾਸ, ਉਹ ਸ਼ਕਤੀ ਤੇ ਭਗਤੀ ਦਾ ਭਰਪੂਰ ਇਤਿਹਾਸ, ਜਦੋਂ 8 ਪੋਹ ਵਾਲੇ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਵੱਡੇ ਫਰਜ਼ੰਦ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ, ਉਨ ਦੋਨਾਂ ਨੂੰ ਰੜੇ ਮੈਦਾਨ ਦੇ ਅੰਦਰ 10 ਲੱਖ ਦੀ ਫੌਜ ਦੇ ਨਾਲ ਜੂਝਣ ਦੇ ਲਈ ਆਪ ਹੱਥ ਦੇ ਅੰਦਰ ਅਸਤਰ ਸ਼ਸਤਰ ਦੇ ਕੇ ਭੇਜਿਆ। ਤੇ ਉਹਨਾਂ ਦੀ ਸ਼ਹਾਦਤ ਹੁੰਦੇ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕੀਤਾ ਹੈ, ਉਹ ਖਾਲਸਾ ਜੀ ਹੈ ਪੋਹ ਦਾ ਮਹੀਨੇ ਦੇ ਦਿਹਾੜੇ ਵਾਲੇ ਦਿਨ ਨੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ 13 ਪੋਹ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਵੀ ਸ਼ਹਾਦਤ ਹੋ ਗਈ ਹੈ। ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਸਤਿਕਾਰਯੋਗ ਮਾਤਾ ਗੁਜਰੀ ਜੀ, ਉਹ ਵੀ 13 ਪੋਹ ਵਾਲੇ ਦਿਨ ਆਪਣੀ ਸ਼ਹਾਦਤ ਦੇ ਗਏ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਰਾ ਹੀ ਪਰਿਵਾਰ ਖੇਰੂ ਹੋਣ ਦੇ ਉੱਤੇ ਵੀ ਸਾਰੇ ਪਰਿਵਾਰ ਦੇ ਵਜੋਂ ਮਹਾਰਾਜ ਨੇ ਕਿਹਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਹੇ ਅਕਾਲ ਪੁਰਖ ਵਾਹਿਗੁਰੂ, ਜੋ ਤੇਰੇ ਭਾਣੇ 'ਚ ਹੋਇਆ ਸ਼ੁਕਰ ਹੈ। ਐਡੀ ਵੱਡੀ ਰਜ਼ਾ ਮੰਨ ਲੈਣੀ ਪਹਿਲੇ ਕਿਸੇ ਵੀ ਪੀਰ ਪੈਗੰਬਰ ਅਵਤਾਰ ਨੇ ਨਹੀਂ ਕੀਤੀ। ਜਿਨ੍ਹਾਂ ਨੂੰ ਕਰੋਸਾਂ ਤੇ ਟੰਗ ਦਿੱਤਾ ਗਿਆ, ਆਪਣੇ ਸਾਹਮਣੇ ਪੁੱਤਰਾਂ ਦੀ ਸ਼ਹਾਦਤ ਦੇਖ ਕੇ ਉਹ ਵੀ ਰੋ ਪਏ। ਜਿਨ੍ਹਾਂ ਦੀ ਘਰਲੀਆਂ ਨੂੰ ਦੈਂਤਾਂ ਨੇ ਚੱਕ ਲਿਆ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ, ਭਗਵਾਨ ਰਾਮ ਵੀ ਜੰਗਲਾਂ ਦੇ ਅੰਦਰ ਵਿਯੋਗ ਵਿੱਚ ਰੋ ਪਏ। ਉਪਰੰਤ ਹੋਰ ਜਿੰਨੇ ਵੀ ਪੀਰ ਪੈਗੰਬਰ ਅਵਤਾਰ ਹੋਏ, ਉਹ ਐਡੀ ਭਾਰੀ ਦੁੱਖ ਨਾ ਸਹਾਰ ਸਕੇ ਜਿੰਨਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਫਰਜ਼ੰਦਾਂ ਦਾ ਸ਼ਹਾਦਤ ਦਾ ਜਿਹੜਾ ਜਾਮ ਸੀ ਆਪਣੇ ਸਾਹਮਣੇ ਦੇਖ ਕੇ ਮੁਸਕਰਾਉਂਦੇ ਹੋਏ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਕੇ ਕਿਆ ਲਾਗੈ ਮੇਰਾ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਪੁੱਤਰ ਜੋ ਬਖਸ਼ਿਸ਼ ਕਰ ਦਿੱਤੇ ਪੰਥ ਦੇ ਲਈ, ਖਾਲਸੇ ਦੇ ਲਈ, ਖਾਲਸਾ ਜੀ ਉਹ ਗੌਰਵਮਈ ਇਤਿਹਾਸ ਗੁਰਦੁਆਰਾ ਸਕਾਰਬਰੋ ਵਿਖੇ ਗੁਰੂ ਖਾਲਸਾ ਸੰਗਤ ਨੇ ਦਾਸ ਨੂੰ ਹੁਕਮ ਲਾਇਆ ਇਹ ਕਥਾ ਕਰਨ ਦਾ। ਮੇਰੇ ਬੜੇ ਵੱਡੇ ਭਾਗ ਨੇ ਜੋ ਕਲਗੀਧਰ ਪਾਤਸ਼ਾਹ ਦਾ ਇਹ ਗੌਰਵਮਈ ਇਤਿਹਾਸ ਮਹਾਰਾਜ ਦਾਸ ਦੀ ਰਸਨਾ ਤੋਂ ਸੇਵਾ ਲੈ ਰਹੇ ਨੇ। ਖਾਲਸਾ ਜੀ ਇਹ ਇਤਿਹਾਸ ਸਰਵਣ ਕਰਨ ਦੇ ਨਾਲ ਨਾ ਤੁਹਾਡੇ ਸਰੀਰ ਦੇ ਅੰਦਰ ਵੀਰ ਰਸ, ਭਗਤੀ ਅਤੇ ਸ਼ਕਤੀ ਪੈਦਾ ਹੋਵੇਗੀ, ਬਲਕਿ ਤੁਹਾਡੇ ਪਰਿਵਾਰ ਦੇ ਅੰਦਰ ਸਿੱਖੀ ਜੁਗੋ ਜੁਗ ਟਲ ਰਹੇਗੀ। ਜਿਹੜਾ ਗੁਰੂ ਕਾ ਸਿੱਖ ਹੈ ਇਤਿਹਾਸ ਨੂੰ ਸੁਣ ਲੈਂਦਾ ਹੈ, ਉਹ ਫੇਰ ਕਦੇ ਵੀ ਗੁਰੂ ਕੇ ਕੇਸਾਂ ਦੀ ਬੇਦਬੀ ਨਹੀਂ ਕਰਦਾ। ਜਿਹੜਾ ਇਤਿਹਾਸ ਨੂੰ ਸੁਣ ਲੈਂਦਾ ਹੈ,
ਉਹ ਸਦਾ ਹੀ ਚੜ੍ਹਦੀ ਕਲਾ ਦੇ ਅੰਦਰ ਰਹਿੰਦਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਭਵਰਾ ਬਣ ਕੇ ਰਹਿੰਦਾ ਹੈ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਜਾਮ ਗੁਰੂ ਹੋਏ ਵੱਲ ਤਨਹਿ ਕਿਆ ਗਾਰਬ ਦੀਜੈ। ਜੇ ਸੱਚੇ ਪਾਤਸ਼ਾਹ ਮਹਾਰਾਜ ਕਿਸੇ ਦੇ ਵੱਲ ਹੋ ਜਾਣ ਨਾ ਤੇ 10 ਲੱਖ ਫੌਜ ਚੜ ਕੇ ਆਈ, ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਫਰਜ਼ੰਦਾਂ ਨੂੰ ਕੀ ਡਰਾ ਸਕਦੀ ਸੀ। ਉਹ ਸੂਬੇ ਦੀ ਕਚਹਿਰੀਆਂ ਕਲਗੀਧਰ ਪਾਤਸ਼ਾਹ ਦੇ ਫਰਜ਼ੰਦਾਂ ਨੂੰ ਕੀ ਡਰਾ ਸਕਦੀਆਂ ਸੀ। ਜਦੋਂ ਇਹ ਗੌਰਵਮਈ ਇਤਿਹਾਸ ਖਾਲਸਾ ਜੀ ਹੋ ਰਿਹਾ ਸੀ, ਜਿਹੜੀ ਕਲਮਾਂ ਦੇ ਨਾਲ ਲਿਖਿਆ ਗਿਆ, ਧੰਨ ਨੇ ਧੰਨ ਲਿਖਾਰੀ ਨਾਨਕਾ, ਧੰਨ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਆਪਣੀ ਕਲਮ ਦੇ ਨਾਲ ਇਤਿਹਾਸ ਲਿਖਿਆ, ਧੰਨ ਸਾਹਿਬਜ਼ਾਦੇ, ਧੰਨ ਗੁਰਦੇਵ ਪਿਤਾ, ਧੰਨ ਧੰਨ ਗੁਰੂ ਕੇ ਉਹ ਸਿੱਖ ਜਿਨ੍ਹਾਂ ਨੇ ਸਾਨੂੰ ਇਹ ਸਾਖੀਆਂ ਸੁਣਾਈਆਂ ਨੇ। ਆਓ ਖਾਲਸਾ ਜੀ ਪਹਿਲੀ ਪੋ ਅੱਜ ਜਿੱਥੇ ਮਹਾਰਾਜ ਨੇ ਬਚਨ ਉਚਾਰਨ ਕੀਤੇ ਨੇ, ਭੋਗ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਉ, ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੋ। ਜਿਹੜਾ ਵਿਅਕਤੀ ਪੋਹ ਦੇ ਮਹੀਨੇ ਦੇ ਅੰਦਰ ਆਪਣੇ ਕੰਠ ਦੇ ਅੰਦਰ ਵਾਹਿਗੁਰੂ ਦਾ ਨਾਮ ਨੂੰ ਜੜ ਲੈਂਦਾ ਹੈ, ਬਾਰ-ਬਾਰ ਜਪਦਾ ਹੈ, ਹਿਰਦੇ 'ਚ ਸਵਾਰਦਾ ਹੈ ਵਾਹਿਗੁਰੂ ਦੇ ਨਾਮ ਨੂੰ, ਉਸ ਨੂੰ ਪੋਹ ਦੇ ਮਹੀਨੇ ਦਾ ਪਾਲਾ ਨਹੀਂ ਵਿਆਪਦਾ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇਹ ਗੌਰਵਮਈ ਇਤਿਹਾਸ ਸਰਵਣ ਕਰਨ ਦੇ ਲਈ ਹੁਣ ਖਾਲਸਾ ਜੀ ਆਪ ਸਮੂਹ ਸੰਗਤ ਨੂੰ, ਜਿਹੜੇ ਲਾਈਵ ਟੀਵੀ ਤੇ ਸੁਣ ਰਹੇ ਨੇ ਜਾਂ ਹਾਜ਼ਰ ਨਾਜ਼ਰ ਸੰਗਤ ਰੂਪ 'ਚ ਬੈਠੇ ਨੇ, ਆਪ ਸਮੂਹ ਸੰਗਤ ਨੂੰ ਬੇਨਤੀ ਹੈ ਖਾਲਸਾ ਜੀ ਇਹ ਇਤਿਹਾਸ ਸਰਵਣ ਕਰਨ ਦੇ ਲਈ ਜ਼ਰੂਰ ਸਮਾਂ ਕੱਢੋ। ਗੁਰਦਰਬਾਰ ਦੇ ਅੰਦਰ ਰੋਜ਼ 6:30 ਵਜੇ ਤੋਂ ਲੈ ਕੇ ਤਕਰੀਬਨ 7:15 ਤੱਕ ਪੌਣਾ ਘੰਟਾ ਕਥਾ ਹੋਣੀ ਹੈ। ਇਹ ਖਾਲਸਾ ਜੀ ਕਥਾ ਸਾਡੇ ਪਰਿਵਾਰ ਦੇ ਅੰਦਰ ਸਿੱਖੀ ਦੀ ਦਾਤ ਦੇ ਲਈ ਬਹੁਤ ਜ਼ਰੂਰੀ ਹੈ। ਸਮੂਹ ਸੰਗਤ ਨੂੰ ਬੇਨਤੀ ਹੈ, ਚਮਕੌਰ ਸਾਹਿਬ ਦਾ ਇਤਿਹਾਸ ਤੇ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਅੱਜ ਤੋਂ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋ ਰਿਹਾ ਹੈ। ਫਿਰ ਜਿਹੜੀ ਗੁਰੂ ਅੰਗਦ ਦੇਵ ਮਹਾਰਾਜ ਦੀ ਲੜੀਵਾਰ ਕਥਾ ਹੈ ਉਹ 15 ਕੁ ਦਿਨ ਦੇ ਲਈ ਵਿਸ਼ਰਾਮ ਹੈ, ਉਪਰੰਤ ਫਿਰ ਸ਼ੁਰੂ ਮਹਾਰਾਜ ਕਰਾਉਣਗੇ। ਆਓ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਗੁਰਮੰਤਰ ਉਚਾਰਦੇ ਹੋਏ ਇਹ ਗੌਰਵਮਈ ਇਤਿਹਾਸ ਸਰਵਣ ਕਰੀਏ। ਸਾਰੀ ਸੰਗਤ ਕੋਈ ਵੀ ਰਸਨਾ ਵਾਂਝੀ ਨਾ ਰਵੇ, ਪ੍ਰੇਮ ਦੇ ਨਾਲ ਆਖਣਾ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹਿਓ ਬਹੁਤ ਸਤਿਗੁਰ ਪ੍ਰਭੂ, ਜਨਨੀ ਆਦਿ ਜੇ ਸਿੱਖ। ਖਾਲਸਾ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੈ। ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਖਾਲਸਾ ਜੀ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਖਾਲਸਾ ਤਿਆਰ ਕੀਤਾ ਹੈ, ਉਪਰੰਤ 10ਵੇਂ ਪਾਤਸ਼ਾਹ ਨੇ ਕੁੱਲ ਆਪਣੇ ਜੀਵਨ ਦੇ ਅੰਦਰ 42 ਸਾਲ ਦੀ ਉਮਰ ਦੇ ਅੰਦਰ 14 ਜੰਗ ਲੜੇ ਨੇ। ਉਨ 14 ਜੰਗ ਚੋਂ ਸਭ ਤੋਂ ਪਹਿਲਾ ਜੰਗ ਸ਼੍ਰੀ ਪੌਂਟਾ ਸਾਹਿਬ ਦੀ ਧਰਤੀ ਦੇ ਉੱਤੇ, ਜਿੱਥੇ ਬਾਬਾ ਅਜੀਤ ਸਿੰਘ ਦਾ ਅਵਤਾਰ ਹੋਇਆ ਤੇ ਮਹਾਰਾਜ ਨੇ ਉਹਨਾਂ ਦਾ ਨਾਮ ਰੱਖਿਆ ਅਜੀਤ ਸਿੰਘ, ਕਿਉਂਕਿ ਜੰਗ ਫਤਿਹ ਕਰਕੇ ਆਏ ਸੀ ਪੌਂਟਾ ਸਾਹਿਬ ਦਾ। ਉਪਰੰਤ ਅਖੀਰਲਾ 14ਵਾਂ ਜੰਗ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਲੜਿਆ। ਉਪਰੰਤ ਇਹ 14 ਦੀ 14 ਜੰਗਾਂ ਦੇ ਅੰਦਰ ਖਾਲਸੇ ਨੇ ਧਰਮ ਯੁੱਧ ਕੀਤਾ ਹੈ। ਕਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੰਗ ਦੇ ਅੰਦਰ ਪਹਿਲ ਨਹੀਂ ਕੀਤੀ। ਹਮੇਸ਼ਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦੁਸ਼ਮਣ ਨੂੰ ਪਹਿਲਾ ਵਾਰ ਕਰਨ ਨੂੰ ਕਿਹਾ। ਸਭ ਤੋਂ ਵੱਡਾ ਜੰਗ ਹੋਇਆ ਸੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 16 ਜਨਵਰੀ 1704 ਨੂੰ, ਜਦੋਂ ਭੀਮ ਚੰਦ ਪਹਾੜੀ ਰਾਜੇ ਸਾਰੇ ਇਕੱਠੇ ਹੋ ਕੇ 22 ਧਾਰ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਚੜ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਤਖਤ ਤੇ ਆਏ। ਮਹਾਰਾਜ ਨੇ 5 ਕਿਲੇ ਤਿਆਰ ਕਰਾਏ ਸੀ ਅਨੰਦਪੁਰ ਸਾਹਿਬ, ਸ਼੍ਰੀ ਹੋਲਗੜ੍ਹ ਸਾਹਿਬ, ਲੋਹਗੜ੍ਹ ਸਾਹਿਬ, ਅਕਾਲਗੜ੍ਹ ਸਾਹਿਬ, ਆਨੰਦਗੜ੍ਹ ਸਾਹਿਬ, ਤਾਰਾਗੜ੍ਹ ਸਾਹਿਬ। ਇਹ 5 ਕਿਲਿਆਂ ਦੇ ਅੰਦਰ ਸਿੰਘਾਂ ਨੇ ਮੋਰਚਾਬੰਦੀ ਕੀਤੀ ਤੇ ਕੇਸਰੀ ਚੰਦ ਨਾਮ ਦਾ ਭੀਮ ਚੰਦ ਦਾ ਸਾਲਾ ਸੀ ਪਹਾੜੀ ਰਾਜਿਆਂ ਦਾ। ਉਹਨਾਂ ਨੇ ਸਹੁੰ ਚੁੱਕੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਭੀਮ ਚੰਦ ਤੇਰੇ ਚਰਨਾਂ 'ਚ ਦਾਂਗੇ, ਔਰੰਗਜ਼ੇਬ ਨੂੰ ਭੇਟਾ ਕਰਾਂਗੇ। ਉਧਰੋਂ 1,56,000 ਫੌਜ ਲੈ ਕੇ
16 ਜਨਵਰੀ 1704 ਨੂੰ ਭੀਮ ਚੰਦ ਇੱਕ ਹਾਥੀ ਨੂੰ ਸ਼ਰਾਬ ਦੇ ਅੰਦਰ ਮੱਧ ਕੇ ਉਹਦੇ ਸਿਰ ਤੇ ਗਰਮ ਤਵੀਆਂ ਬੰਨ੍ਹ ਕੇ ਉਸ ਨੂੰ ਕਿਲ੍ਹਾ ਸ਼੍ਰੀ ਹੌਲਗੜ੍ਹ ਸਾਹਿਬ ਦੇ ਉੱਤੇ ਫੌਜ ਚੜ੍ਹ ਕੇ ਆਈ। ਉਧਰੋਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜੰਗੀ ਜਰਨੈਲਾਂ ਚੋਂ ਧੰਨ ਧੰਨ ਬਾਬਾ ਉਦੈ ਸਿੰਘ ਜੀ ਜਰਨੈਲ ਸੀਗੇ। ਉਹਨਾਂ ਨੇ ਕਿਹਾ, ਕਲਗੀਧਰ ਪਾਤਸ਼ਾਹ ਮਹਾਰਾਜ, ਦੁਸ਼ਮਣ ਨੇ ਆਪ ਜੀ ਦੇ ਸਿਰ ਦਾ ਮੁੱਲ ਪਾਇਆ ਹੈ, ਜੇ ਤੁਸੀਂ ਆਗਿਆ ਦਿਓ ਤੇ ਅਸੀਂ ਜੰਗ ਦੇ ਅੰਦਰ ਡਟਣਾ ਚਾਹੁੰਦੇ ਹਾਂ ਤੇ ਕੇਸਰੀ ਚੰਦ ਦਾ ਸੀਸ ਤੁਹਾਡੀ ਕਿਰਪਾ ਨਾਲ ਵੱਢ ਕੇ ਤੁਹਾਡੇ ਚਰਨਾਂ 'ਚ ਸੁੱਟਾਂਗੇ। ਕਲਗੀਧਰ ਪਾਤਸ਼ਾਹ ਤੋਂ ਆਗਿਆ ਲਈ ਧੰਨ ਧੰਨ ਬਾਬਾ ਉਦੈ ਸਿੰਘ ਜੀ ਨੇ। ਧੰਨ ਬਾਬਾ ਬਚਿੱਤਰ ਸਿੰਘ ਨੇ ਕਿਹਾ, ਮਹਾਰਾਜ, ਮਸਤ ਹਾਥੀ ਨੂੰ ਰੋਕਣ ਦੇ ਲਈ ਮੈਨੂੰ ਆਪਣੇ ਅਸਤਰਖਾਨੇ ਚੋਂ ਕੋਈ ਸ਼ਸਤਰ ਬਖਸ਼ਿਸ਼ ਕਰੋ ਤਾਂ ਕਿ ਮੈਂ ਜਾ ਕੇ ਉਸ ਮਸਤ ਹਾਥੀ ਨੂੰ ਰੋਕ ਸਕਾਂ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਸੋਨੇ ਦੀ ਡੱਬੀ ਚੋਂ ਛਤਰ ਧਾਰਾ ਦੇ ਕੇ ਬਾਬਾ ਬਚਿੱਤਰ ਸਿੰਘ ਨੂੰ ਹੱਥ ਦੇ ਅੰਦਰ ਨਾਗਣੀ ਫੜਾਈ। ਕਲਗੀਧਰ ਪਾਤਸ਼ਾਹ ਦਾ ਆਸ਼ੀਰਵਾਦ ਲੈ ਕੇ ਤਦੋਂ ਬਚਿੱਤਰ ਸਿੰਘ ਨੇ ਫੇਰ ਘੋੜੇ ਤੇ ਚੜੇ ਨੇ ਖਾਲਸਾ ਜੀ, ਰਕਾਬਾਂ ਦੇ ਅੰਦਰ ਪੈਰ ਰੱਖ ਕੇ ਖੜਾ ਹੋ ਕੇ ਘੋੜੇ ਦੇ ਉੱਤੇ ਨਾਗਣੀ ਦੇ ਕੇ ਹਾਥੀ ਦੇ ਮੱਥੇ ਦੇ ਵਿੱਚ 7 ਤਵੇ ਪਾੜ ਕੇ ਮਾਰ ਦਿੱਤੀ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਆਸ਼ੀਰਵਾਦ ਹੋਇਆ। ਉਹ ਹਾਥੀ ਪੁੱਠਾ ਮੁੜ ਕੇ ਫੌਜਾਂ ਪਹਾੜੀਆਂ ਵੱਲ ਆਪਣਾ ਰੁਖ ਕਰ ਲਿਆ ਤੇ ਉਹਨਾਂ ਨੂੰ ਲਤਾੜਨ ਲੱਗ ਪਿਆ। ਦੂਸਰੇ ਪਾਸੇ ਉਦੈ ਸਿੰਘ ਜਰਨੈਲ ਯੋਧਾ ਕਲਗੀਧਰ ਪਾਤਸ਼ਾਹ ਦਾ ਘੋੜੇ ਤੇ ਸਵਾਰ ਹੋਇਆ, ਬਿਜਲੀ ਦੀ ਤਰ੍ਹਾਂ ਜੰਗ ਦੇ ਅੰਦਰੋਂ ਨਿਕਲਿਆ ਤਦੋਂ ਉਦੈ ਸਿੰਘ ਨੇ ਕੇਸਰੀ ਚੰਦ ਦਾ ਸੀਸ ਵੱਢ ਕੇ ਬਰਛੇ ਦੇ ਉੱਤੇ ਪਰੋਲਿਆ ਤੇ ਜੰਗ ਦੇ ਅੰਦਰ ਵੈਰੀ ਦੀ ਫੌਜ ਦੇ ਅੰਦਰੋਂ ਘੋੜੇ ਨੂੰ ਪਲਾਕੀ ਮਾਰ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਸੀਸ ਭੇਟਾ ਕੀਤਾ। ਭੀਮ ਚੰਦ ਦੀ ਕਰਾਰੀ ਹਾਰ ਹੋਈ ਉਸ ਜੰਗ ਦੇ ਅੰਦਰ। ਉਸ ਜੰਗ ਤੋਂ ਬਾਅਦ ਉਹਨਾਂ ਨੇ ਕਿਹਾ, ਗੁਰੂ ਗੋਬਿੰਦ ਸਿੰਘ ਬਹੁਤ ਮੁਰੈਲਾ ਗੁਰੂ ਹੈ। ਮੁਰੈਲੇ ਦਾ ਅਰਥ ਹੁੰਦਾ ਲੜਾਕਾ, ਜਿਹੜਾ ਸਾਡੇ ਤੋਂ ਕਾਬੂ ਨਹੀਂ ਆ ਰਿਹਾ। ਦਿੱਲੀ ਦਰਬਾਰ ਔਰੰਗਜ਼ੇਬ ਨੂੰ ਚਿੱਠੀ ਲਿਖੀ, ਔਰੰਗਜ਼ੇਬ, ਸਾਨੂੰ ਇੱਕ ਬੜਾ ਵੱਡਾ ਖਤਰਾ ਬਣ ਗਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜਿਹੜੇ ਨੇ ਆਨੰਦਪੁਰ ਦੀ ਪਹਾੜੀਆਂ ਦੇ ਅੰਦਰ ਬਹੁਤ ਉਪਦਰਵ ਮਚਾ ਰਹੇ ਨੇ। ਕਿਧਰੇ ਇਹ ਨਾ ਹੋਵੇ ਉਹ ਗਰੀਬ ਸਿੱਖਾਂ ਨੂੰ ਬਗਾਵਤ ਕਰਾ ਲੈਣ ਤੇ ਬਹੁਤ ਸਿੰਘ ਤਿਆਰ ਕਰਕੇ ਦਿੱਲੀ ਦੇ ਉੱਤੇ ਚੜ੍ਹਾਈ ਕਰ ਦੇਣ, ਤੇਰੇ ਤਖਤ ਤੇ ਕਬਜ਼ਾ ਕਰ ਲੈਣ। ਦੂਸਰੀ ਗੱਲ, ਗੁਰੂ ਨੇ ਆਪਣੀ ਫੌਜ ਦੇ ਅੰਦਰ ਬੜੇ ਯੋਧੇ ਜਰਨੈਲ ਰੱਖੇ ਨੇ ਜਿਹੜੇ ਨਾ ਕਿਸੇ ਤੋਂ ਡਰਦੇ ਨੇ ਤੇ ਨਾ ਹੀ ਕਿਸੇ ਨੂੰ ਡਰਾਉਂਦੇ ਨੇ, ਪਰ ਜੇ ਉਹਨਾਂ ਦੇ ਉੱਤੇ ਹਮਲਾ ਕਰੀਏ ਤੇ ਉਹ ਕਾਲ ਦਾ ਸਰੂਪ ਨੇ। ਉਹਨਾਂ ਦੇ ਅੰਦਰ ਬਹੁਤ ਬਲ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਘੋੜੇ ਵੀ ਰੱਖਦੇ ਨੇ, ਕਲਗੀ ਵੀ ਲਗਾਉਂਦੇ ਨੇ, ਤਖਤ ਤੇ ਵੀ ਬਹਿੰਦੇ ਨੇ ਤੇ ਸ਼ਸਤਰ ਵੀ ਰੱਖਦੇ ਨੇ। ਔਰੰਗਜ਼ੇਬ, ਜੋ ਤੂੰ ਮਨਾ ਕੀਤਾ ਉਹ ਆਨੰਦਪੁਰ ਦੀ ਪਹਾੜੀਆਂ ਦੇ ਅੰਦਰ ਸਭ ਤੋਂ ਵੱਡੀ ਗੱਲ, ਅਸੀਂ 22 ਧਾਰ ਦੇ ਪਹਾੜੀ ਰਾਜੇ ਹਾਂ, ਅਸੀਂ ਨਗਾਰਾ ਨਹੀਂ ਵਜਾਉਂਦੇ, ਪਰ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਅੰਦਰ ਆਨੰਦਪੁਰ ਦੀ ਪਹਾੜੀਆਂ 'ਚ ਰੋਜ਼ ਰਣਜੀਤ ਨਗਾਰਾ ਗੂੰਜਦਾ ਹੈ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਸ਼ਿਕਾਰ ਤੇ ਚੜ੍ਹਦੇ ਨੇ, ਘੋੜਿਆਂ ਦੇ ਉੱਤੇ ਨਿਸ਼ਾਨ ਸਾਹਿਬਾਂ ਦੇ ਨਾਲ ਐਦਾਂ ਲੱਗਦਾ ਹੈ ਜਿੱਦਾਂ ਕੋਈ ਬਹੁਤ ਵੱਡਾ ਮਹਾਰਾਜਾ ਹਿੰਦੁਸਤਾਨ ਦਾ ਜਾ ਰਿਹਾ ਹੈ। ਇਸ ਕਰਕੇ ਤੂੰ ਜਲਦੀ ਫੌਜ ਚੜਾ। ਔਰੰਗਜ਼ੇਬ ਨੇ ਇਹ ਚਿੱਠੀ ਪੜ੍ਹੀ ਤੇ ਚਿੱਠੀ ਪੜ੍ਹ ਕੇ ਅਖੀਰਲੀ ਉਹਦੇ ਅੰਦਰ ਗੱਲ ਪਹਾੜੀ ਰਾਜਿਆਂ ਨੇ ਲਿਖੀ ਸੀਗੀ, ਬਈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਬਜ਼ਾ ਕਰ ਲਿਆ, ਹੁਣ ਸਾਡੇ ਪਹਾੜੀਆਂ ਦਾ ਤਾਂ ਜ਼ੋਰ ਚੱਲਦਾ ਨਹੀਂ। ਅਗਲਾ ਇਹਨਾਂ ਦਾ ਜਿਹੜਾ ਨਿਸ਼ਾਨਾ ਹੈ ਉਹ ਸਰਹੰਦ ਹੈ। ਸਰਹੰਦ ਤੋਂ ਬਾਅਦ ਇਹ ਲਾਹੌਰ ਜਿੱਤਣਗੇ, ਲਾਹੌਰ ਤੋਂ ਬਾਅਦ ਦਿੱਲੀ ਤਖਤ ਤੇ ਗੁਰੂ ਦੀ ਫੌਜ ਬਹੇਗੀ। ਔਰੰਗਜ਼ੇਬ ਕੁਝ ਕਰ, ਤੈਨੂੰ ਸੋਚਣ ਦੀ ਲੋੜ ਹੈ। ਔਰੰਗਜ਼ੇਬ, ਗੁਰੂ ਕਿਤੇ ਆਮ ਕਿਸੇ ਤੋਂ ਕਾਬੂ ਨਹੀਂ ਆਉਣ ਵਾਲਾ, ਗੁਰੂ ਬੜਾ ਬਲਸ਼ਾਲੀ ਹੈ, ਗੁਰੂ ਦੇ ਉੱਤੇ ਫੌਜ ਚੜਾ ਕੇ ਭੇਜ। ਖਾਲਸਾ ਜੀ ਫੇਰ ਮਾਰਚ ਜਿਹੜਾ ਮਹੀਨਾ ਪਿੱਛੇ ਨਿਕਲਿਆ, ਹੁਣ ਦਸੰਬਰ ਚੱਲ ਰਿਹਾ ਹੈ, ਮਾਰਚ ਦੇ ਮਹੀਨੇ ਔਰੰਗਜ਼ੇਬ ਨੇ ਫੌਜ ਭੇਜੀ ਸੀਗੀ 3 ਟੁਕੜੀਆਂ ਦੇ ਅੰਦਰ। ਸਭ ਤੋਂ ਪਹਿਲਾਂ ਭੇਜੀ ਸੀ ਲਾਹੌਰ ਦੇ ਸੂਬੇਦਾਰ ਨੂੰ, ਜਿਹਦਾ ਨਾਮ ਸੀ ਜ਼ਬਰਦਸਤ ਖਾਨ, ਪਰ ਖਾਲਸਾ ਉਹਨੂੰ ਜ਼ੇਰਦਸਤ ਕਹਿੰਦਾ ਹੈ, ਕਿਉਂਕਿ ਜਦੋਂ ਅਸੀਂ ਜ਼ਬਰ ਬੋਲਦੇ ਹਾਂ, ਕਿਉਂਕਿ ਜ਼ੱਜ਼ੇ ਦੇ ਥੱਲੇ ਬਿੰਦੀ ਲੱਗਦੀ ਹੈ, ਉਹ ਜ਼ੋਰ ਦੇ ਨਾਲ ਬੋਲਿਆ ਜਾਂਦਾ ਹੈ, ਪਰ ਖਾਲਸਾ ਜਿਹੜਾ ਹੈ ਉਹ ਉਹਨੂੰ ਹੇਠੀ ਦੇ ਨਾਲ ਜ਼ੇਰਦਸਤ ਕਹਿੰਦਾ ਹੈ, ਕਿਉਂਕਿ ਜਿਹੜੀ ਲਾਂ ਦੀ ਮਾਤਰਾ ਹੁੰਦੀ ਹੈ
ਉਹ ਲਘੂ ਹੁੰਦੀ ਹੈ, ਜਿਹੜਾ ਜ਼ਬਰ ਹੁੰਦਾ ਹੈ ਉਹ ਦੀਰਘ ਹੁੰਦਾ ਹੈ। ਸੋ ਖਾਲਸਾ ਉਹਨੂੰ ਜ਼ੇਰਦਸਤ ਕਹਿੰਦਾ ਸੀ। ਤੋ ਰਹੋ ਵਿਚਾਰ, ਜ਼ਬਰਦਸਤ ਖਾਨ ਨੂੰ, ਜ਼ੇਰਦਸਤ ਨੂੰ ਲਾਹੌਰ ਤੋਂ ਫੌਜ ਦੇ ਕੇ ਭੇਜਿਆ। ਦੂਸਰੀ ਫੌਜ ਦੀ ਟੁਕੜੀ ਦਿੱਲੀ ਤੋਂ ਗਈ। ਤੀਸਰੀ ਫੌਜ ਦੀ ਟੁਕੜੀ ਔਰੰਗਜ਼ੇਬ ਨੇ ਫਿਰ ਭੇਜੀ। ਪਹਾੜੀ ਰਾਜਿਆਂ ਦੇ 22 ਧਾਰ ਦੇ ਪਹਾੜੀ ਰਾਜੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਦਪੁਰ ਸਾਹਿਬ ਨੂੰ ਚਾਰੋਂ ਪਾਸੇ ਘੇਰ ਲਿਆ। ਜਦੋਂ ਅਨੰਦਪੁਰ ਸਾਹਿਬ ਨੂੰ ਚਾਰੋਂ ਪਾਸੇ ਘੇਰ ਲਿਆ, ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੋਰਚੇਬੰਦੀ ਕਰ ਲਈ ਸਿੰਘਾਂ ਦੀ। ਉੱਤੇ ਸਿੰਘ ਗੋਲੀਆਂ ਬੰਦੂਕਾਂ ਲੈ ਕੇ ਤੈਨਾਤ, ਕਿਉਂਕਿ ਤੁਸੀਂ ਜਾਣਦੇ ਹੋ ਜਿਹੜੇ ਵਿਅਕਤੀ ਉੱਚੀ ਥਾਂ ਤੋਂ ਥੱਲੇ ਲੜਦੇ ਨੇ, ਥੱਲੇ ਵਾਲਿਆਂ ਨੂੰ ਲੜਨਾ ਔਖਾ ਹੋ ਜਾਂਦਾ ਹੈ। ਕਲਗੀਧਰ ਪਾਤਸ਼ਾਹ ਉੱਤੇ ਕਿਲੇ ਵਿੱਚ ਸੀਗੇ, ਥੱਲੇ ਮੁਗਲਾਂ ਦੀ ਫੌਜ ਬਹੁਤ ਬਲ ਚਲਾਉਂਦੀ ਹੈ ਪਰ ਜ਼ੋਰ ਨਹੀਂ ਚੱਲਦਾ। ਉਹਨਾਂ ਨੇ ਕਿਹਾ ਗੁਰੂ ਗੋਬਿੰਦ ਸਿੰਘ ਲੜ ਕੇ ਨਹੀਂ ਕਾਬੂ ਆ ਸਕਦਾ। ਦਸੰਬਰ ਦਾ ਦਿਨ ਆ ਗਿਆ ਖਾਲਸਾ ਜੀ, ਅੱਜ ਵਾਲੇ ਦਿਨ ਤੱਕ ਮੋਰਚਾਬੰਦੀ ਚੱਲ ਰਹੀ ਹੈ। ਹੁਣ ਤੁਸੀਂ ਖੁਦ ਸੋਚੋ, 7 ਮਹੀਨੇ ਉਹਨਾਂ ਨੇ ਜ਼ੋਰ ਲਾਇਆ। ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ ਫੌਜ ਭੇਜੀ ਹੈ ਪਹਾੜੀ ਰਾਜਿਆਂ ਦੀ, ਲਾਹੌਰ ਤੋਂ ਜ਼ੇਰਦਸਤ ਦੀ, ਪਰ ਕਾਬੂ ਨਹੀਂ ਆ ਰਹੇ ਗੁਰੂ ਸਾਹਿਬ ਮਹਾਰਾਜ ਦਾ ਬਲ। ਜਦੋਂ ਇੰਨਾ ਉਹਨਾਂ ਨੇ ਦੇਖ ਲਿਆ ਵੀ 10ਵੇਂ ਪਾਤਸ਼ਾਹ ਮਹਾਰਾਜ ਨੂੰ ਕਾਬੂ ਨਹੀਂ ਕਰ ਸਕਦੇ, ਉਹਨਾਂ ਨੇ ਕਿਹਾ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕਿਉਂ ਨਾ ਅਸੀਂ ਧੋਖੇ ਦੇ ਨਾਲ ਕਾਬੂ ਕਰ ਲਈਏ। ਜਿਹੜੇ ਘਟਾਂ ਦੇ ਅੰਦਰ ਦੀ ਜਾਣਦੇ ਨੇ, ਸਾਰੀ ਦੁਨੀਆ ਨੂੰ ਛੱਲਣ ਵਾਲੇ ਨੇ, ਉਹਨਾਂ ਨੂੰ ਛੱਲਣ ਦੀ ਜਦੋਂ ਗੱਲ ਇਹਨਾਂ ਪਹਾੜੀਆਂ ਨੇ, ਮੁਗਲਾਂ ਨੇ ਮਨ 'ਚ ਸੋਚੀ, ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪੰਮਾ ਪੁਰੋਹਿਤ, ਜੋ ਕਿ ਪਹਾੜੀ ਰਾਜਿਆਂ ਦਾ ਪੁਰੋਹਿਤ ਸੀ, ਉਹ ਆਟੇ ਦੀ ਗਊ ਬਣਾ ਕੇ ਥਾਲੀ ਦੇ ਅੰਦਰ ਰੱਖੀ ਤੇ ਇੱਕ ਕਾਜ਼ੀ ਸਾਹਿਬ ਹੱਥ ਦੇ ਅੰਦਰ ਕੁਰਾਨ ਪਾਕ ਸ਼ਰੀਫ, ਪਾਵਨ ਪਵਿੱਤਰ ਗ੍ਰੰਥ ਲੈ ਕੇ ਮਹਾਰਾਜ ਦਾ ਬੂਹਾ ਖੜਕਾਇਆ ਅਨੰਦਪੁਰ ਸਾਹਿਬ ਦਾ। ਕਿਹਾ ਮਹਾਰਾਜ ਪਹਾੜੀਆਂ ਦੇ ਦੂਤ ਬਣ ਕੇ ਆਏ ਆ, ਆਪ ਜੀ ਕਿਰਪਾ ਕਰ ਦਿਓ ਕਿ ਹੁਣ ਤੁਸੀਂ ਇਹ ਕਿਲਾ ਛੱਡ ਦਿਓ, ਸਾਡੀ ਗੱਲ ਮੰਨ ਲਓ। ਆਪ ਜੀ ਇੰਨੀ ਦਰਖਾਸਤ ਹੈ, ਕਿਲਾ ਛੱਡ ਕੇ ਚਲੇ ਜਾਓ, ਅਸੀਂ ਤੁਹਾਡੇ ਉੱਤੇ ਕੋਈ ਹਮਲਾ ਨਹੀਂ ਕਰਾਂਗੇ। ਇਹ ਜਦੋਂ ਸਾਰੀ ਗੱਲਬਾਤ ਚੱਲ ਰਹੀ ਸੀ, ਉਹ ਪੰਮਾ ਪੁਰੋਹਿਤ, ਕਾਜ਼ੀ ਤੇ ਪੰਡਤ ਜੀ ਮਾਤਾ ਗੁਜਰੀ ਕੋਲ ਗਏ, ਮਸੰਦਾ ਕੋਲ ਗਏ। ਮਸੰਦਾ ਦਾ ਦਿਲ ਕਮਜ਼ੋਰ ਸੀਗਾ, ਡਰ ਗਏ। ਮਸੰਦਾ ਨੇ ਕਿਹਾ ਕਿੱਥੇ ਜੇ ਗੁਰੂ ਨੇ ਜੰਗ ਛੇੜ ਲਿਆ, ਦਿੱਲੀ ਤੋਂ ਅਸੀਂ ਨਹੀਂ ਜਿੱਤ ਸਕਦੇ, ਕਿਉਂ ਨਾ ਗੁਰੂ ਆਪਸ ਦੇ ਅੰਦਰ ਸੰਧੀ ਕਰ ਲਵੇ। ਮਾਤਾ ਗੁਜਰੀ ਜੀ ਨੂੰ ਵੀ ਬਹੁਤ ਦਬਾਇਆ ਗਿਆ। ਮਸੰਦਾ ਨੇ ਆਪਣੇ ਵਿਚਾਰ ਦਿੱਤੇ ਬਾਰ-ਬਾਰ। ਜਦੋਂ ਸਾਰੀ ਵਿਚਾਰ ਹੋਈ, ਕਲਗੀਧਰ ਪਾਤਸ਼ਾਹ ਮਹਾਰਾਜ ਕੋ ਇਕੱਠੇ ਹੋ ਕੇ ਸਿੰਘ ਗਏ। ਕਿਹਾ ਮਹਾਰਾਜ, ਜਿਹੜੇ ਘਟਾਂ ਦੇ ਅੰਦਰ ਦੀ ਜਾਣਦੇ ਨੇ, ਮਹਾਰਾਜ ਨੂੰ ਕਿਹਾ ਮਹਾਰਾਜ 7 ਮਹੀਨੇ ਹੋ ਗਏ ਨੇ, ਭੁੱਖ ਦੇ ਮਾਰੇ ਆਂਤੜੀਆਂ ਗਲ ਗਈਆਂ, ਅਨੰਦਪੁਰ ਦੇ ਅੰਦਰ ਦੇ ਸਾਰੇ ਪੱਤੇ ਵੀ ਸਿੰਘਾਂ ਨੇ ਖਾ ਲਏ ਨੇ, ਘੋੜਿਆਂ ਦਾ ਮਾਂਸ ਖਾ ਲਿਆ, ਪੱਟਾਂ ਤੋਂ ਮਾਂਸ ਚੀਰ ਕੇ ਖਾ ਲਿਆ, ਭੁੱਖ ਦਾ ਦੁੱਖ ਨਹੀਂ ਸਹਾਰਿਆ ਜਾਂਦਾ। ਉਹ ਸਹੁੰ ਚੁੱਕਦੇ ਨੇ ਪਹਾੜੀ ਰਾਜੇ, ਕਿਰਪਾ ਕਰੋ ਮਹਾਰਾਜ, ਕਿਲਾ ਛੱਡ ਦਈਏ। ਕਲਗੀਧਰ ਪਾਤਸ਼ਾਹ ਮਹਾਰਾਜ ਕਿਹਾ ਨਹੀਂ ਸਿੰਘੋ, ਵਿਸ਼ਵਾਸ ਕਰੋ, ਇਹ ਦਗਾ ਕਰਨਗੇ। ਮਹਾਰਾਜ ਨਹੀਂ ਦਗਾ ਕਰਦੇ। ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਬਹੁਤ ਵਾਰੀ ਮਨਾਇਆ, ਪਰ ਜਦੋਂ ਨਹੀਂ ਮੰਨੇ ਤੇ ਹੁਣ ਖਾਲਸਾ ਜੀ ਇਤਿਹਾਸ ਉਸ ਤੋਂ ਅੱਗੇ ਆਓ ਪ੍ਰੇਮ ਦੇ ਨਾਲ ਲੜੀਵਾਰ ਸਰਵਣ ਕਰੀਏ। ਕਿਸ ਤਰ੍ਹਾਂ ਸਿੰਘ ਮਹਾਰਾਜ ਨੂੰ ਜ਼ੋਰ ਪਾ ਰਹੇ ਨੇ ਕਿਲਾ ਛੱਡਣ ਦੇ ਲਈ। ਇਹ 5 ਪੋਹ ਦੇ ਦਿਹਾੜੇ ਦਾ ਇਤਿਹਾਸ ਹੈ, ਜਿਹੜਾ ਅੱਜ ਅਸੀਂ ਗੁਰੂ ਕਿਰਪਾ ਦੇ ਨਾਲ ਲੜੀਵਾਰ ਸ਼ੁਰੂ ਕੀਤਾ ਹੈ। ਇਹ ਰੋਜ਼ ਇਤਿਹਾਸ ਐਸੀ ਪ੍ਰਕਾਰ ਚਮਕੌਰ ਸਾਹਿਬ ਦਾ ਹੋਵੇਗਾ, ਅਸੀਂ ਰੋਜ਼ ਸਰਵਣ ਕਰੀਏ। ਆਓ ਲੜੀਵਾਰ ਇਤਿਹਾਸ ਪਹਿਲੀ ਪੰਕਤੀ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਸਰਵਣ ਕਰੀਏ ਜੀ। ਕਹਿਓ ਬਹੁਤ ਸਤਿਗੁਰ ਪ੍ਰਭੂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੰਘਾਂ ਨੂੰ ਕਿਹਾ, ਸਿੰਘੋ ਜਿੱਦ ਛੱਡ ਦਿਓ, ਦਗਾ ਦੇਣਗੇ। ਜਨਨੀ ਆਦ ਜੇ ਸਿੱਖ, ਜਿੰਨੀ ਜੰਨੀ ਮਾਤਾ ਗੁਜਰੀ ਜੀ ਇਤਿਆਦ ਸਿੰਘਾਂ ਨੇ ਬੇਨਤੀ ਕੀਤੀ। ਨਹਿ ਮਨ ਲਿਆਵਤ ਸਾਚ ਕੋ, ਸੱਚ ਨੂੰ ਮਨ ਚ ਨਹੀਂ ਲਿਆਂਦੇ। ਮਹਾਰਾਜ ਕਹਿੰਦੇ ਤੁਸੀਂ ਸਿੰਘੋ ਭੋਲੇ ਹੋ, ਮਾਤਾ ਜੀ ਤੁਸੀਂ ਭੋਲੇ ਹੋ, ਰਾਜਨੀਤੀ ਦੇ ਬਚਨ ਨਹੀਂ ਜਾਣਦੇ। ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ, ਉਹਨਾਂ ਦੇ ਲਈ ਜਿਹੜੀ ਕਸਮਾਂ ਦਿੱਤੀਆਂ ਨੇ ਉਹ ਝੂਠੀਆਂ ਹੁੰਦੀਆਂ ਨੇ। ਹੋਏ ਜੋ ਬਾਤ ਭਵਿੱਖ, ਜਿਹੜੀ ਬਾਤ ਭਵਿੱਖਤ ਵਿੱਚ ਹੋਣੀ ਹੈ ਤੁਸੀਂ ਉਸ ਤੋਂ ਜਾਣੂ ਨਹੀਂ। ਚਾਉ ਪਈ ਸ਼੍ਰੀ ਕਲਗੀਧਰ ਤਬ ਹੈ ਵਿਚਾਰ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਵਿੱਖਤ ਸਮੇਂ ਨੂੰ ਵਿਚਾਰਿਆ। ਇਨਹੁ ਦਿਖਾਵੋ ਕਰ ਪਤਿਆਰ, ਸੱਚੇ ਪਾਤਸ਼ਾਹ ਕਹਿੰਦੇ ਕਿਉਂ ਨਾ ਇਹਨਾਂ ਨੂੰ ਦਿਖਾ ਦਈਏ।
ਕਿਉਂਕਿ ਖਾਲਸਾ ਜੀ ਕਈ ਵਾਰੀ ਅਸੀਂ ਥਿਊਰੀ ਸਮਝਾਈਏ ਨਾ ਕਿਸੇ ਨੂੰ, ਉਹ ਗੱਲ ਨਹੀਂ ਮੰਨਦਾ, ਫਿਰ ਉਹਨੂੰ ਪ੍ਰੈਕਟੀਕਲ ਕਰਕੇ ਦਿਖਾ ਦਈਏ ਤੇ ਉਹ ਕਹਿੰਦਾ ਵੀ ਨਹੀਂ ਹੁਣ ਸਰੀਰ ਤੇ ਹੰਡ ਗਈ ਹੈ ਤੇ ਹੁਣ ਮੰਨ ਲਈਏ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹਾ ਇਹਨਾਂ ਨੂੰ ਦਿਖਾ ਹੀ ਦਈਏ ਵੀ ਕਿਸ ਤਰ੍ਹਾਂ ਦਗਾ ਕਰਦੇ ਨੇ। ਪੰਮਾ ਆਪਨ ਹਜ਼ੂਰ ਹਕਾਰਿਓ। ਸੱਚੇ ਪਾਤਸ਼ਾਹ ਨੇ ਪੰਮੇ ਪੁਰੋਹਿਤ ਨੂੰ, ਜੋ ਪਹਾੜੀਆਂ ਦਾ ਪੁਰੋਹਿਤ ਸੀ, ਆਪਣੇ ਦਰਬਾਰ ਵਿੱਚ ਬੁਲਾਇਆ ਹੈ। ਸਭਿਨ ਸੁਨਾਵਤ ਤਿਸ ਹੈ ਉਚਾਰਿਓ। ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੀ ਸੰਗਤ ਨੂੰ ਉਚਾਰਦਿਆਂ ਪੰਮੇ ਪੁਰੋਹਿਤ ਨੂੰ ਬਚਨ ਕਹੇ। ਅਵਰੰਗਾ ਅਰ ਗਿਰਪਤ ਸਾਰੇ। ਕਹਿੰਦੇ ਔਰੰਗਜ਼ੇਬ ਅਤੇ ਪਹਾੜੀ ਰਾਜੇ ਸਾਰੇ ਹੀ। ਸਹਿਤ ਸਮਾਜ ਜੇ ਚਹਿਤ ਨਿਕਾਰੇ। ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਸਾਰੇ ਕਿਲਾ ਛੱਡ ਦਈਏ, 5000 ਬ੍ਰਿਖਬ ਬਨ ਜਾਰੇ। ਸੱਚੇ ਪਾਤਸ਼ਾਹ ਕਿਹਾ 5000 ਗੜਬੈਲ। ਗੜਬੈਲ ਖਾਲਸਾ ਜੀ ਇੱਥੇ ਦੇ ਬੜੇ ਬੱਚਿਆਂ ਨੂੰ ਸ਼ਾਇਦ ਨਹੀਂ ਪਤਾ, ਜਦੋਂ ਗੱਡੇ ਦੇ ਨਾਲ ਬੈਲ ਨੂੰ ਬੰਨ੍ਹ ਲਈਏ ਤੇ ਉਹਨੂੰ ਗੜਬੈਲ ਕਹਿੰਦੇ ਨੇ। ਦਸਵੇਂ ਪਾਤਸ਼ਾਹ ਮਹਾਰਾਜ ਕਿਹਾ ਸਾਨੂੰ 5000 ਗੜਬੈਲ ਦਿਓ। ਭੇਜ ਦੇਹੋ ਹਮ ਕੋਸ਼ ਨਿਕਾਰੇ। ਸੱਚੇ ਪਾਤਸ਼ਾਹ ਮਹਾਰਾਜ ਕਿਹਾ ਅਸੀਂ ਆਪਣਾ ਖਜ਼ਾਨਾ ਜਿਹੜਾ ਹੈ ਨਾ ਉਹ 5000 ਬੈਲਾਂ ਦੇ ਉੱਤੇ, ਗੱਡਿਆਂ ਦੇ ਉੱਤੇ ਲੱਦ ਦੇਣਾ। ਪੰਮਾ ਪੁਰੋਹਿਤ ਬੜਾ ਖੁਸ਼ ਹੋਇਆ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਜ਼ਾਨਾ ਕਿੰਨਾ ਹੈ। ਖਾਲਸਾ ਜੀ ਸੋਚ ਕੇ ਦੇਖੋ, ਜੇ 8 ਬਾਈ 8 ਫੁੱਟ ਦਾ ਇੱਕ ਪਿੱਛੇ ਗੱਡਾ ਵੀ ਲੱਗਿਆ ਹੋਵੇ ਬੈਲ ਦੇ, 5000 ਵੈਸੇ ਬੈਲ ਆਣ, ਕਿੰਨਾ ਹੀ ਸੋਨਾ ਤੇ ਖਜ਼ਾਨਾ ਮਹਾਰਾਜ ਕੋਲ ਹੋਏਗਾ ਸ਼੍ਰੀ ਅਨੰਦਪੁਰ ਸਾਹਿਬ। ਪੰਮਾ ਮਨੀ ਮਨ ਖੁਸ਼ ਹੋ ਗਿਆ। ਪ੍ਰਥਮ ਹਮਾਰੀ ਦੌਲਤ ਜਾਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਪਹਿਲੇ ਸਾਡਾ ਖਜ਼ਾਨਾ ਜਾਵੇਗਾ, ਪਹਿਲੇ ਜਿਹੜੇ ਸਾਨੂੰ ਸਿੰਘਾਂ ਨੇ ਭੇਟਾਂ ਦਿੱਤੀ ਹੈ ਉਹ ਗੜਬੈਲਾਂ ਤੇ ਜਾਵੇਗਾ। ਇਸ ਪਛਚਾਤੀ ਨਿਕਰ ਸਿਧਾਵੇ। ਉਪਰੰਤ ਫੇਰ ਅਸੀਂ ਉਹਨਾਂ ਤੋਂ ਪਛਾਤ ਜਾਵਾਂਗੇ, ਸਾਡਾ ਪਰਿਵਾਰ, ਸਾਡੇ ਮਹਿਲ, ਸਾਹਿਬਜ਼ਾਦੇ ਫੇਰ ਜਾਣਗੇ। ਅਪਰ ਸਮਾਜ ਸਾਥ ਹਮ ਰਾਖੈ। ਸਾਰਾ ਅਸੀਂ ਖਾਲਸਾ ਆਪਣੇ ਨਾਲ ਰੱਖਾਂਗੇ, ਪਹਿਲੇ ਖਜ਼ਾਨਾ ਜਾਵੇਗਾ। ਜੰਗਲ ਦੇਸ਼ ਜਾਨ ਅਬਿਲਾਖੈ। ਜੰਗਲ ਦੇਸ਼, ਮਾਲਵੇ ਦੇਸ਼ ਦੇ ਅੰਦਰ ਬਠਿੰਡੇ ਦੀ ਧਰਤੀ ਤੇ ਦਮਦਮਾ ਸਾਹਿਬ ਵੱਲ ਚਾਲਾ ਮਾਰਾਂਗੇ। ਇਮ ਸੁਨ ਪੰਮਾ ਬਾਹਰ ਗਇਓ। ਪੰਮਾ ਭੱਜਿਆ ਬਾਹਰ ਗਿਆ ਪਹਾੜੀ ਰਾਜਿਆਂ ਨੂੰ ਦੱਸਣ। ਗਿਰਪਤ ਸਾਥ ਕਹਿਤ ਬਿਧ ਭਇਓ। ਸਾਰੇ ਗਿਰਪਤ, ਗਿਰ ਕਹਿੰਦੇ ਨੇ ਪਹਾੜ, ਪਤ ਕਹਿੰਦੇ ਨੇ ਪਤੀ, ਪਹਾੜੀ ਰਾਜਿਆਂ ਨੂੰ ਇਕੱਠੇ ਹੋ ਕੇ ਬੋਲਣ ਲੱਗਾ। ਸੁਨ ਕੇ ਹਰਖੇ ਸਭ ਹੀ ਮਾਨੀ। ਸਾਰੇ ਖੁਸ਼ ਹੋ ਗਏ। ਜ਼ੇਰ ਦਸਤ ਖਾਨ ਖੁਸ਼ ਹੋਇਆ, ਵਜ਼ੀਰ ਖਾਨ ਖੁਸ਼ ਹੋਇਆ, ਸਰਹੰਦ ਵਾਲਾ, ਉਧਰੋਂ ਲਾਹੌਰ ਵਾਲਾ ਜ਼ੇਰ ਦਸਤ ਖੁਸ਼ ਹੋਇਆ, ਪਹਾੜੀ ਰਾਜੇ ਭੀਮ ਚੰਦ ਖੁਸ਼ ਹੋ ਗਏ, ਉਧਰੋਂ ਦਿੱਲੀ ਤੋਂ ਆਏ ਸਾਰੇ ਰਾਜੇ ਖੁਸ਼ ਹੋ ਗਏ ਵੀ ਗੁਰੂ ਗੋਬਿੰਦ ਸਿੰਘ ਦਾ ਧਨ ਲੁੱਟ ਲਵਾਂਗੇ। ਮਨ ਦੇ ਅੰਦਰ ਕਸਮ ਖਾ ਕੇ ਆਏ ਨੇ ਗਊ ਦੀ, ਕੁਰਾਨ ਦੀ, ਪਰ ਅੰਦਰ ਮਨ ਦੇ ਅੰਦਰ ਹੋਛੀ ਜਾਤ ਲੈ ਆਪਣੀ ਜਿਹੜੀ ਨੀਅਤ ਤੋਂ ਫਿਰਕ ਗਏ ਨੇ। ਉਮਰਾਵਨ ਭੀਨੀ ਕੇ ਜਾਨੀ। ਸਾਰੇ ਉਮਰਾਵਾਂ ਨੇ ਇਸ ਤਰ੍ਹਾਂ ਫੇਰ ਗੱਲ ਕਰ ਲਈ। ਨਿਤ ਕੋ ਰਣ ਮੁਹਿਮ ਮਿਟ ਜਾਏ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜੰਗ ਹੀ ਤਾਂ ਨਹੀਂ ਅਸੀਂ ਹਰਾ ਸਕਦੇ ਸੀ, ਇਹ ਗੱਲ ਤਾਂ ਪੱਕੀ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਤੀਰਾਂ ਦਾ ਜਿਹੜਾ ਵਾਰ ਹੈ ਉਹ ਕੌਣ ਸਹਾਰ ਸਕਦਾ ਹੈ। ਖਾਲਸਾ ਜੀ ਜਦੋਂ 10ਵੇਂ ਪਾਤਸ਼ਾਹ ਘੋੜੇ ਤੇ ਚੜੇ ਨਾ, ਜਦੋਂ ਜੰਗ ਦੇ ਅੰਦਰ ਜਾਂਦੇ ਸਨ, ਜਦੋਂ ਸਾਹਮਣੇ ਵਾਲਾ ਜੇ ਦੁਸ਼ਮਣ ਦੇਖਣ ਦੇ ਲਈ ਅੱਖ ਪੂਰੀ ਖੋਲਦਾ ਸੀ, ਇੰਨੀ ਦੇਰ ਤਾਂ ਮਹਾਰਾਜ ਗਲਾ ਵੱਢ ਦਿੰਦੇ ਸਨ ਉਹਦਾ। ਯੋਧਿਆਂ ਦੇ ਯੋਧੇ, ਸੂਰਬੀਰਾਂ ਦੇ ਸੂਰਬੀਰ, ਮਹਾਬਲੀਆਂ ਦੇ ਮਹਾਬਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਜੰਗ 'ਚ ਨਹੀਂ ਅਸੀਂ ਹਰਾ ਸਕਦੇ। ਆਪੋ ਆਪਣੇ ਸਦਨ ਸਿਧਾਏ। ਅਸੀਂ ਆਪਣੇ ਆਪਣੇ ਘਰ ਜਾਵਾਂਗੇ। ਹੁਣ ਸ਼ੁਕਰ ਹੈ ਜੰਗ ਨਹੀਂ ਹੋਇਆ ਗੁਰੂ ਦੇ ਨਾਲ। ਲਸ਼ਕਰ ਵਿਖੇ ਬ੍ਰਿਖਬ ਬਨ ਜਾਰੇ। ਕਹਿੰਦੇ ਹੁਣ ਵਣਜਾਰਿਆਂ ਨੂੰ ਬੁਲਾਇਆ। ਜਿਸ ਤਰ੍ਹਾਂ ਅੱਜ ਕੱਲ ਗੁੱਡਸ ਕੈਰੀਅਰ ਵਾਲੇ ਹੁੰਦੇ ਨੇ ਨਾ, ਸਾਰਿਆਂ ਦਾ ਇਕੱਠਾ ਗਰੁੱਪ ਹੁੰਦਾ ਹੈ, 80 90 100 ਟਰੱਕ ਹੁੰਦੇ ਨੇ, ਉਸੇ ਤਰ੍ਹਾਂ ਪਹਿਲਾਂ ਵਣਜਾਰਿਆਂ ਦਾ ਹੀ ਗਰੁੱਪ ਹੁੰਦਾ ਸੀਗਾ। ਉਹਨਾਂ ਕੋਲ ਗੜਬੈਲ ਹੁੰਦੇ ਸੀ, ਉਹ ਗੜਬੈਲਾਂ ਵਾਲੇ ਵਣਜਾਰਿਆਂ ਨੂੰ ਇਕੱਠਾ ਕਰਕੇ 5000 ਗੜਬੈਲ ਇਕੱਠਾ ਕੀਤਾ। ਕਰੇ ਬਟੋਰਨ ਤਤ ਛਿਨ ਸਾਰੇ। ਜਦੋਂ ਸਾਰਾ ਹੀ ਬਟੋਰ ਲਿਆ, ਉਹਨਾਂ ਨੂੰ ਵਣਜਾਰਿਆਂ ਨੂੰ ਤਿਆਰ ਕਰ ਲਿਆ। ਬ੍ਰਿਖਬ ਗੋਨ ਜੁਤ 5000। 5000 ਗੜਬੈਲ ਤਿਆਰ ਹੋ ਗਏ ਗੁਰੂ ਪਾਤਸ਼ਾਹ ਦੇ ਅੰਦਰ ਕਿਲੇ ਵਿੱਚ ਭੇਜਣ ਲਈ। ਭੇਜ ਦਿਏ ਸਤਿਗੁਰ ਦਰਬਾਰ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਅੰਦਰ 5000 ਗੜਬੈਲ ਗਏ ਖਜ਼ਾਨਾ ਲੱਦਣ ਦੇ ਲਈ। ਆਨ ਥਰੇ ਟਿਕ ਪ੍ਰਭ ਪੁਨ ਕਹਿਓ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਵਣਜਾਰਿਆਂ ਨੇ ਬੇਨਤੀ ਕੀਤੀ ਹੈ। ਧਰਮ ਇਮਾਨ ਦੁਹਨ ਜਿਮ ਲਹਿਓ। ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਤੁਸੀਂ ਆਪਣਾ ਧਰਮ ਤੇ ਈਮਾਨ
ਜਾਣ ਕੇ ਸਾਨੂੰ ਗੜਬੈਲ ਦੇ ਕੇ ਚਲੇ ਜਾਓ। ਸੋ ਕਰ ਕਹਿ ਹਮਰੀ ਟਿਗਾਨੋ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕੋਲ ਜਦੋਂ ਆਪਣੇ ਗੜਬੈਲ ਲੈ ਕੇ ਪਹੁੰਚੇ ਨੇ, ਤਾਉ ਹਮ ਜਾਣੈ ਸਾਚ ਬਖਾਨੋ। ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਜਦੋਂ ਇਸ ਤਰ੍ਹਾਂ ਪਹੁੰਚੇ, ਮਹਾਰਾਜ ਨੇ ਜਾਣ ਲਿਆ ਬਈ ਹੁਣ ਤੱਕ ਤੇ ਇਹਨਾਂ ਦੀ ਚਾਲ ਜਿਹੜੀ ਹੈ ਉਹ ਸਾਨੂੰ ਸਮਝ ਆ ਰਹੀ ਹੈ। ਪੁਨ ਪੰਮਾ ਪਹੁੰਚਿਓ ਸਭ ਪਾਸ। ਹੁਣ ਪੰਮਾ ਪੁਰੋਹਿਤ ਪਹੁੰਚਦਾ ਹੈ। ਕਹਿਓ ਗੁਰੂ ਕੋ ਕੀਨ ਪ੍ਰਕਾਸ਼। ਸੱਚੇ ਪਾਤਸ਼ਾਹ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਧਰਮ ਗਿਰੇ ਸੁਨ ਤਬ ਕਰ ਦੀਨ। ਹਾਂਜੀ ਧਰਮ ਗਿਰੇ ਸੁਨ ਤਬ ਕਰ ਦੀਨ ਤਥ ਕਰ ਦੀਨ। ਹਾਂਜੀ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਦੇਖਿਆ ਬਈ ਇਹ ਆਪਣੇ ਧਰਮ ਤੋਂ ਥੜਕਣ ਲੱਗੇ ਨੇ, ਸ਼ਿਵ ਠਾਕਰ ਕੀ ਆਨਹਿ ਕੀਨ। ਇਹਨਾਂ ਨੇ ਕਿਸ ਗੱਲ ਦੀ ਸਹੁੰ ਚੱਕੀ ਸੀ? ਆਟੇ ਦੀ ਗਊ ਬਣਾ ਕੇ ਨਾਲ ਚੱਕੂ ਰੱਖ ਦਿੱਤਾ ਸੀ ਤੇ ਕਿਹਾ ਸੀ ਇਹ ਕਰਦ ਦੇ ਨਾਲ ਅਸੀਂ ਗਊ ਵੱਢ ਲਈਏ ਆਟੇ ਦੀ, ਉਨਾ ਪਾਪ ਲੱਗੇ ਸਾਨੂੰ ਜੇ ਤੁਹਾਡੇ ਉੱਤੇ ਹਮਲਾ ਕਰੀਏ ਜਦੋਂ ਤੁਸੀਂ ਕਿਲਾ ਛੱਡੋਗੇ। ਤੁਰਕਨ ਕਰਿਓ ਇਮਾਨ ਪਠਾਵਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੰਨਾ ਜਦੋਂ ਦੇਖਿਆ, ਉਹਨਾਂ ਨੇ ਕਿਹਾ ਮਹਾਰਾਜ ਨਹੀਂ ਧੋਖਾ ਕਰਦੇ। ਦੂਜੇ ਪਾਸੋਂ ਤੁਰਕਾਂ ਨੇ ਵੀ ਆਪਣੀ ਪਾਕ ਕੁਰਾਨ ਅੱਗੇ ਰੱਖ ਕੇ ਸਹੁੰ ਚੱਕੀ। ਜਿਮ ਪ੍ਰਭ ਕਹਿਓ ਤਥਾ ਮੰਗਵਾਵਾ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਸ ਤਰ੍ਹਾਂ ਕਿਹਾ ਸੀਗਾ, ਇਹਨਾਂ ਨੇ ਹਰ ਇੱਕ ਗੱਲ ਉਹੀ ਕੀਤੀ ਹਜੇ ਤੱਕ। ਸਤਿਗੁਰ ਕੋ ਸ਼ਪ ਕੋ ਬੁਲਵਾਇਓ। ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਦਰੋਂ ਦੀਵਾਨ ਚੰਦ ਜੀ ਨੂੰ ਬੁਲਾਇਆ, ਆਪਣੇ ਖਜ਼ਾਨੇ ਵਿੱਚੋਂ, ਜਿਨ੍ਹਾਂ ਨੇ ਖਜ਼ਾਨੇ ਦਾ ਹਿਸਾਬ ਰੱਖਦੇ ਨੇ ਉਹਨਾਂ ਨੂੰ ਕੋਸ਼ਪ ਕਹਿੰਦੇ ਨੇ, ਜਿਵੇਂ ਕੈਸ਼ੀਅਰ ਕਹਿ ਲਓ ਅੱਜ ਜੇ ਅਸੀਂ ਕਹਿਣਾ ਹੋਵੇ, ਤੇ ਉਹ ਖਜ਼ਾਨਚੀ ਨੂੰ ਬੁਲਾਇਆ ਸਤਿਗੁਰਾਂ ਨੇ। ਪ੍ਰਥਮ ਸਭਿਨ ਤੇ ਕਰ ਸਮਝਾਇਓ। ਸੱਚੇ ਪਾਤਸ਼ਾਹ ਮਹਾਰਾਜ ਪੰਮੇ ਪੁਰੋਹਿਤ ਵਣਜਾਰਿਆਂ ਦੇ ਸਾਹਮਣੇ ਉਹਨਾਂ ਨੂੰ ਕਹਿੰਦੇ ਨੇ ਕਿ ਆਪਣਾ ਜਿਹੜਾ ਧਨ ਹੈ ਅਸੀਂ ਲੱਦਣਾ। ਹੁਣ ਪੰਮੇ ਕੇ ਤੇ ਵਣਜਾਰੇ ਦਾ ਚਲੇ ਗਏ ਨੇ, ਹੁਣ ਮਹਾਰਾਜ ਉਹਦੇ ਨਾਲ ਇਕੱਲੇ ਗੱਲ ਕਰ ਰਹੇ ਨੇ। ਟੂਟੀ ਪਨਹੀ ਸੀਨ ਪੁਰਾਨੇ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ, ਜਦੋਂ ਸੰਗਤ ਵਿੱਚ ਬੈਠੀਏ ਕਿਹੜਾ ਸਿਨੇਮਾ ਅਸੀਂ ਬੋਲ ਨਹੀਂ ਸਕਦੇ, ਸੰਗਤ ਦੇ ਅੰਦਰ ਵਾਹਿਗੁਰੂ ਦਾ ਸ਼ਬਦ ਜ਼ਰੂਰ ਜਪਣਾ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਹੁਣ ਆ ਖਾਲਸਾ ਜੀ ਰਾਜਨੀਤੀ ਦੇ ਨਿਪੁੰਨ, ਜਿੱਥੇ ਮਹਾਰਾਜ ਜੰਗ ਦੇ ਯੋਧੇ, ਕਵੀਆਂ ਦੇ ਅੰਦਰ ਕਵੀ ਲਿਖਣ ਲੱਗੇ ਤੇ ਉਹਦੇ ਯੋਧੇ, ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਰਾਜਨੀਤੀ ਦੇ ਵੀ ਯੋਧੇ। ਕਲਗੀਧਰ ਪਾਤਸ਼ਾਹ ਮਹਾਰਾਜ ਦੀਵਾਨ ਚੰਦ ਨੂੰ ਬੁਲਾਇਆ ਕਿ ਆ 5000 ਗੜਬੈਲਾਂ ਦੇ ਉੱਤੇ ਖਜ਼ਾਨਾ ਨਹੀਂ ਲੱਦਣਾ। ਟੂਟ ਪਨਹੀ, ਪਨਹੀ ਕਹਿੰਦੇ ਨੇ ਜੁੱਤੀ ਨੂੰ, ਟੁੱਟੀਆਂ ਜੁੱਤੀਆਂ ਕੁਝ ਗੱਡਿਆਂ ਤੇ ਲੱਦ ਦਿਓ। ਬੁਰਦ ਪੋਸ਼ ਹੈ ਜਿਤਕ ਮਹਾਨੇ। ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਘੋੜਿਆਂ ਦੀ ਲਿੱਦ ਪਈ ਹੈ ਉਹ ਕੁਝ ਹੋਰ ਗੱਡਿਆਂ ਤੇ ਲੱਦ ਦਿਓ। ਮਰੇ ਤੁਰਗਮ ਚਰਮ ਅਨੇਕ। ਜਿੰਨੇ ਘੋੜੇ ਮਰ ਗਏ ਨੇ ਅੰਦਰ ਭੁੱਖ ਦੇ ਕਰਕੇ ਬੇਹਾਲ ਹੋ ਕੇ, ਉਹਨਾਂ ਦੀਆਂ ਹੱਡੀਆਂ ਚਰਮ, ਜੇ ਘੋੜੇ ਦੇ ਜਿਹੜੇ ਪੈਰ ਹੁੰਦੇ ਨੇ ਨਾ ਉਹ ਗਲਦੇ ਨਹੀਂ, ਤੇ ਉਹਨਾਂ ਦੇ ਜਿਹੜੇ ਖੁਰਲੇ ਪੈਰ ਨੇ ਉਹ ਬੰਨ ਦਿਓ, ਉਹਨਾਂ ਦੀ ਲਿੱਦ ਪਾ ਦਿਓ, ਤੇ ਹੋਰ ਸਾਰਾ ਗੰਦ ਆੜ ਕਬਾੜ ਉਹ ਗੜਬੈਲਾਂ ਤੇ ਲੱਦ ਦਿਓ। ਸੰਚਵਾਏ ਕਰ ਹਾੜ ਜਿਤੇਕ। ਜਿੰਨੇ ਹੱਡੀਆਂ ਪਈਆਂ ਨੇ ਨਾ ਪੂਰੀਆਂ ਆਨੰਦਪੁਰ ਦੇ ਕਿਲੇ ਦੇ ਅੰਦਰ, ਉਹ ਸਾਰੀਆਂ ਹੀ ਗੜਬੈਲਾਂ ਤੇ ਲੱਦ ਦਿਓ, ਕਿਉਂਕਿ ਪਹਾੜੀ ਰਾਜਿਆਂ ਨੇ ਕਿਹਾ ਸੀ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਕਸਮ ਲੱਗੇ ਵੀ ਅਸੀਂ ਨਹੀਂ ਅਟੈਕ ਕਰਾਂਗੇ। ਦੂਜੇ ਪਾਸੋਂ ਮਾਤਾ ਗੁਜਰੀ ਤੇ ਸਿੰਘ ਕਹਿੰਦੇ ਮਹਾਰਾਜ ਛੱਡ ਦਿਓ ਕਿਲਾ, ਨਹੀਂ ਅਟੈਕ ਕਰਦੇ। ਮਹਾਰਾਜ ਕਹਿੰਦੇ ਪਹਿਲੇ ਤੁਹਾਨੂੰ ਦਿਖਾ ਹੀ ਦਈਏ ਇਹਨਾਂ ਦਾ ਸੱਚ ਕੀ ਹੈ। ਮਹਾਰਾਜ ਨੇ ਆਨੰਦਪੁਰ ਦਾ ਸਾਰਾ ਜਿੰਨਾ ਵੀ ਲਿੱਦ ਸੀਗੀ, ਜਾਨਵਰਾਂ ਦਾ ਚਰਮ ਸੀਗਾ, ਹੱਡੀਆਂ ਸੀਗੀਆਂ, ਉਹ ਸਾਰਾ 5000 ਗੜਬੈਲਾਂ ਤੇ ਲੱਦ ਦਿੱਤਾ। ਸੰਚ ਠੀਕਰੀ ਬਾਸਨ ਫੂਟੇ। ਸੱਚੇ ਪਾਤਸ਼ਾਹ ਮਹਾਰਾਜ ਨੇ ਠੀਕਰੀਆਂ ਟੁੱਟੀਆਂ, ਟੁੱਟੇ ਭਾਂਡੇ, ਉਹ ਸਾਰਾ ਕੁਝ ਲੱਦ ਦਿੱਤਾ। ਜੀਰਣ ਬਸਤਰ ਸਾਜ ਸਭ ਟੂਟੇ। ਫੱਟੇ ਹੋਏ ਕੱਪੜੇ, ਮੈਲੇ ਕੱਪੜੇ, ਖੂਨ ਵਾਲੇ ਕੱਪੜੇ ਸਾਰੇ ਲੱਦ ਦਿੱਤੇ। ਸਕਲ ਰੋਨ ਭਰ ਕੀ ਜਹ ਤਿਆਰੀ। ਸਾਰੇ ਭਰ ਕੇ 5000 ਗੜਬੈਲ ਪਹਿਲਾਂ ਤਾਂ ਤਿਆਰ ਕੀਤੇ ਕਲਗੀਧਰ ਪਾਤਸ਼ਾਹ ਨੇ। ਨਿਸਾ ਪਰ ਹੈ ਦੇਹੋ ਗਹਿਰ ਨਿਕਾਰੀ। ਸੱਚੇ ਪਾਤਸ਼ਾਹ ਮਹਾਰਾਜ ਨੇ ਉੱਤੇ ਨਾ ਰੁਮਾਲੇ ਪਵਾ ਲਏ, ਚੰਦੋਏ ਬੜੇ ਸੋਹਣੇ ਸੋਹਣੇ ਰੇਸ਼ਮੀ, ਬਈ ਬੜਾ ਦੇ ਅੰਦਰ ਧਨ ਹੈ। ਹੁਣ ਕਲਗੀਧਰ ਪਾਤਸ਼ਾਹ ਕਹਿੰਦੇ ਇਹਨੂੰ ਰਾਤ ਨੂੰ ਘੱਲਾਂਗੇ। ਕੋਟਵਾਲ ਕੀਨੋ ਤਿਮ ਕਾਜੂ। ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਕਿਹਾ, ਕੋਤਵਾਲ ਜੀ ਜਿਹੜੇ ਬੂਹੇ ਤੇ ਖੜੇ ਹੁੰਦੇ ਨੇ, ਕਿਹਾ ਤੁਸੀਂ ਦੁਰਗ ਦਾ ਕਿਲੇ ਦਾ ਦਰਵਾਜ਼ਾ ਖੋਲਣਾ ਹੈ। ਲਿਓ ਸਕੇਲ ਪੁਰਾਨ ਸਮਾਜੂ। ਕਹਿੰਦੇ ਸਾਰਾ ਹੀ ਪੁਰਾਣਾ ਸਮਾਜ ਲੱਦ ਕੇ ਨਾ ਜਦੋਂ ਤਿਆਰ ਹੋ ਜਾਣ,
ਤਦੋਂ ਉੱਤੇ ਰੁਮਾਲੇ ਪਾ ਕੇ ਬ੍ਰਿੰਦ ਚੜਾਲ ਚਮਾਰਨ ਪ੍ਰੇਰੇ। ਹੋਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀ ਕੀਤਾ, ਜਿਹੜਾ ਚਮਾਰਾਂ ਦੇ ਕੋਲ ਹੋਰ ਹੱਡ ਹੁੱਡ ਪਏ ਸੀ ਉਹ ਵੀ ਇਕੱਠੇ ਕਰਾ ਲਏ, ਸਾਰੀ ਗੰਦਗੀ ਲਗਵਾ ਲਈ। ਬਿਸ਼ਟਾ ਅਸਤ ਭਰੰਤ ਕਨੇਰੇ। ਜਦੋਂ ਸੱਚੇ ਪਾਤਸ਼ਾਹ ਨੇ ਬਿਸ਼ਟਾ ਵੀ ਲਦਵਾ ਲਈ, ਬਿਖ ਉਹ ਵੀ ਲਦਵਾ ਲਈ। ਉਨ ਘੋਰਨ ਕੀ ਲੀਦ ਭਰਾਈ। ਘੋੜਿਆਂ ਦੀ ਲਿਦ ਕਵੀਰਾਜ ਭਾਈ ਸੰਤੋਖ ਸਿੰਘ ਕਹਿੰਦੇ ਗੱਡਿਆਂ ਤੇ ਲੱਦ ਲਈ। ਸੂਕੇ ਗੀਲ ਚਰਮ ਸਮਦਾਈ। ਸੁੱਕੇ ਤੇ ਗਿੱਲੇ ਚਰਮ ਜਿੱਥੇ ਚਮੜੀ ਪਈ ਸੀ ਉਹ ਵੀ ਲੱਦ ਲਈ, ਕਿਉਂਕਿ ਖਾਲਸਾ ਜੀ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਉੱਤਰ ਦਿੰਦੇ ਸਨ ਨਾ, ਸਾਹਮਣੇ ਵਾਲਾ ਬੰਦਾ ਅੱਗੋਂ ਆਪਣੀ ਜਸਟੀਫਿਕੇਸ਼ਨ ਵੀ ਝੂਠ ਦੀ ਨਹੀਂ ਦੇ ਸਕਦਾ ਸੀ, ਉਹਨੂੰ ਜਵਾਬ ਦੇਣ ਦਾ ਮੌਕਾ ਨਹੀਂ ਦਿੰਦੇ ਸੀ। ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਝੂਠੇ ਕਰਨਾ ਹੈ, ਜਦੋਂ ਕਿਸੇ ਨੂੰ ਝੂਠਾ ਕਰੀਦਾ ਨਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਉਸ ਦੇ ਅੰਦਰ ਰਾਜਨੀਤੀ ਦੇ ਨਿਪੁੰਨ ਨੇ। ਹੁਣ ਉਹ ਮਹਾਰਾਜ ਨੂੰ ਛੱਲਣ ਆਏ ਸੀ ਬਈ ਕਿਲਾ ਛੱਡਣਗੇ ਤੇ ਅਸੀਂ ਪਿੱਛੋਂ ਹਮਲਾ ਕਰਾਂਗੇ, ਅਸੀਂ ਕੁਰਾਨ ਦੀ ਕਸਮ ਖਾਂਦੇ ਆ, ਗਊ ਦੀ ਕਸਮ ਖਾਂਦੇ ਆ, ਨਹੀਂ ਮਹਾਰਾਜ ਤੁਸੀਂ ਕਿਲਾ ਛੱਡ ਦਿਓ। ਹੁਣ ਮਹਾਰਾਜ ਨੇ ਝੂਠੇ ਕਰਨਾ, ਜੋ ਉਹਨਾਂ ਦੇ ਅੰਦਰ ਹੈ ਉਹ ਪਾਜ ਉਖਾੜਨਾ, ਉਹਦੇ ਲਈ ਮਹਾਰਾਜ ਨੇ ਸਭ ਕੁਝ ਬਿਖ ਲਦਵਾ ਲਈ। ਜਿਨ ਤੇ ਬਹੁ ਗਿਲਾਨ ਦੁਰਗੰਧਾ। ਹੁਣ ਕਲਗੀਧਰ ਪਾਤਸ਼ਾਹ ਨੇ ਉਹ ਚੀਜ਼ਾਂ ਲਦਵਾਈਆਂ ਨੇ ਜਿਸ ਨੂੰ ਦੇਖਦੇ ਹੀ ਗਿਲਾਨੀ ਆਂਦੀ ਹੈ, ਉਸ ਨੂੰ ਛੂਣ ਦੀ ਤੇ ਬਹੁਤ ਦੂਰ ਦੀ ਗੱਲ ਹੈ, ਦੇਖਦੇ ਹੀ ਗਿਲਾਨੀ ਆਂਦੀ ਹੈ। ਐਸੋ ਮਾਸ ਪਾਏ ਦੇ ਬੰਧਾ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪੂਰਾ ਬੰਦੋਬਸਤ ਤਿਆਰ ਕਰਵਾ ਕੇ ਇਸ ਤਰ੍ਹਾਂ ਵਣਜਾਰਿਆਂ ਨੂੰ ਬੁਲਾਉਣ ਦਾ ਹੁਣ ਮਤਾ ਬਣਾ ਲਿਆ। ਜਿਸ ਕੇ ਛੂਹੇ ਧਰਮ ਹੋਏ ਹਾਨੀ। ਜਿਸ ਦੇ ਛੂਣ ਦੇ ਨਾਲ ਵੀ ਧਰਮ ਹਾਨੀ ਹੋ ਜਾਵੇ ਚੰਗੇ ਬੰਦੇ ਦਾ। ਹੁਣ ਮਾਸ ਹੈ, ਬੜੇ ਦਿਨ ਦਾ ਪਿਆ, ਦੁਰਗੰਧ ਮਾਰ ਰਿਹਾ, ਨਿਤਨੇਮੀ ਬੰਦਾ, ਮਰਿਆਦਾ ਵਾਲਾ ਬੰਦਾ ਨਹੀਂ ਹੱਥ ਲਾਉਂਦਾ। ਮਹਾਰਾਜ ਕਹਿੰਦੇ ਇਹਨਾਂ ਨੇ ਕੁਰਾਨ ਦੀਆਂ ਕਸਮਾਂ ਖਾਈਆਂ ਨੇ, ਧਨ ਦੇ ਬਦਲੇ ਹੁਣ ਜੇ ਲੁੱਟਣਗੇ ਤਾਂ ਹੀ ਲੁੱਟਣਗੇ, ਦੇਖਦੇ ਆ ਹੁਣ ਇਹਨਾਂ ਨੂੰ ਪਰਖਦੇ ਹਾਂ। ਐਸੇ ਭਰ ਭਰ ਗੋਨ ਮਹਾਨੀ। ਸੱਚੇ ਪਾਤਸ਼ਾਹ ਨੇ ਗੌਣ ਹੈ, ਪੰਜਾਬੀ ਦਾ ਸ਼ਬਦ ਹੈ ਖਾਲਸਾ ਜੀ, ਜਿਹੜੇ ਬੱਠਲ ਭਰ ਭਰ ਕੇ ਜਦੋਂ ਕਿਸੇ ਚੀਜ਼ ਦੇ ਉੱਤੇ ਪਾਈਏ ਨਾ ਉਹਨੂੰ ਗੌਣ ਕਹਿੰਦੇ ਨੇ। ਕਵੀਰਾਜ ਭਾਈ ਸੰਤੋਖ ਸਿੰਘ ਜੀ ਸਾਨੂੰ ਪੰਜਾਬੀ ਨਾਲ ਵੀ ਜਾਣੂ ਕਰਾ ਰਹੇ ਨੇ, ਕਹਿੰਦੇ ਗੌਣ ਭਰ ਭਰ ਕੇ ਪੂਰੇ ਵੱਡੇ ਵੱਡੇ ਬੱਠਲ ਭਰ ਭਰ ਕੇ ਉੱਤੇ ਲੱਦ ਲਿਆ ਹੈ ਗੜਬੈਲਾਂ ਦੇ। 5000 ਗੋਨ ਭਰਵਾਈ। 5000 ਤਿਆਰ ਹੋ ਗਏ ਗੜਬੈਲ ਪੂਰੇ। ਬਿਨ ਦੇਖੇ ਤੇ ਸਰਬ ਸਿਵਾਈ। ਸੱਚੇ ਪਾਤਸ਼ਾਹ ਮਹਾਰਾਜ ਦਾ ਕੋਤਕ ਆਨੰਦਪੁਰ ਸਾਹਿਬ ਅੰਦਰ ਸਿੰਘ ਸਾਰੇ ਦੇਖ ਕੇ ਹੈਰਾਨ ਨੇ ਵੀ ਮਹਾਰਾਜ ਕੀ ਕਰ ਰਹੇ ਨੇ, ਸਿੰਘਾਂ ਨੂੰ ਸਮਝ ਨਹੀਂ ਆ ਰਹੀ। ਮਾਤਾ ਗੁਜਰੀ ਦੇਖ ਕੇ ਹੈਰਾਨ ਹੈ, ਪਰ ਕਲਗੀਧਰ ਦੇ ਚੋਜ ਕਲਗੀਧਰ ਜਾਣਦਾ, ਕਰਤੇ ਕੀਮਤ ਕਰਤਾ ਜਾਣਾ, ਕਹਿ ਜਾਣਾ ਗੁਰਸੂਰਾ। ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਤਿਆਰ ਬਰ ਤਿਆਰ ਨੇ। ਨਿਸਾ ਪਰੀ ਲੱਗ ਕੀ ਨਸ ਤਿਆਰੀ। ਸੱਚੇ ਪਾਤਸ਼ਾਹ ਰਾਤ ਪੈ ਗਈ, ਤਿਆਰੀ ਹੋ ਗਈ ਗੜਬੈਲਾਂ ਨੂੰ ਬਾਹਰ ਕੱਢਣ ਦੀ। ਲੱਦ ਆਗਿਆ ਗੁਰੂ ਉਚਾਰੀ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਲੱਦ ਦਿਓ ਖਾਲਸਾ ਜੀ, ਹੁਣ ਗੜਬੈਲਾਂ ਦੇ ਉੱਤੇ ਗੜਬੈਲਾਂ ਨੂੰ ਚਾਲਾਂ ਮਾਰਨ ਦਾ ਹੁਕਮ ਦਿਓ। ਵਹਿਰ ਸਭਿਨ ਢਿਗ ਲਿਖੇ ਪਠਾਏ। ਸੱਚੇ ਪਾਤਸ਼ਾਹ ਮਹਾਰਾਜ ਨੇ ਪਠਾ ਦਿੱਤੇ ਵੀ ਆ ਜਾਓ ਬਈ, ਲੈ ਲਓ। ਜਿਨ੍ਹਾਂ ਨੇ ਉੱਤੇ ਰੁਮਾਲੇ ਪਾ ਦਿੱਤੇ ਸੀ ਰੇਸ਼ਮੀ, ਵਣਜਾਰਿਆਂ ਨੂੰ ਕਿਹਾ ਆਪਣੇ ਆਪਣੇ ਬਹਿਲ ਲੈ ਜਾਓ ਆ ਕੇ। ਅਬ ਚਾਹਤ ਹਮ ਨਿਕਰ ਸਿਧਾਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਤੋਂ ਬਾਅਦ ਖਜ਼ਾਨੇ ਤੋਂ ਬਾਅਦ ਅਸੀਂ ਜਾਵਾਂਗੇ। ਸੁਧ ਤਹਿ ਪਸਰੀ ਆਪਨ ਬਿਰਾਨੇ। ਜਦੋਂ ਸਾਰੇ ਪਾਸੇ ਸੁਧ ਫੈਲ ਗਈ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਖਜ਼ਾਨਾ ਜਾਣਾ ਹੈ। ਛੋਰ ਦੁਰਗ ਪ੍ਰਭ ਚਲੇ ਪਿਆਨੇ। ਸੱਚੇ ਪਾਤਸ਼ਾਹ ਮਹਾਰਾਜ ਨੇ ਹੁਣ ਕਿਲਾ ਛੱਡਣ ਦੀ ਤਿਆਰੀ ਕਰ ਲਈ। ਜਿਹੜੀ ਫੌਜਾਂ ਸੀ 7 ਮਹੀਨੇ ਤੋਂ ਉਡੀਕ ਕਰ ਰਹੀਆਂ ਸੀ, ਕਿਉਂਕਿ ਔਰੰਗਜ਼ੇਬ ਦਾ ਬਹੁਤ ਪ੍ਰੈਸ਼ਰ ਸੀਗਾ। ਜਿੰਨੇ ਫੌਜ ਭੇਜੀ ਹੁੰਦੀ ਹੈ ਨਾ, ਉਹਨੇ ਨਾਲ ਉਹਦਾ ਲੰਗਰ, ਖਾਣਾ, ਪ੍ਰਸ਼ਾਦਾ, ਘੋੜਿਆਂ ਦਾ ਦਾਣਾ, ਪੱਠਾ ਸਭ ਭੇਜਣਾ ਪੈਂਦਾ। ਉਧਰੋਂ ਖਰਚਾ ਆ ਰਿਹਾ ਸੀ ਦਿੱਲੀ ਤੋਂ। ਔਰੰਗਜ਼ੇਬ ਕਹਿੰਦਾ ਤੁਹਾਡੇ ਤੋਂ ਗੁਰੂ ਨਹੀਂ ਫੜਿਆ ਜਾਂਦਾ। ਇੱਕ ਆਨੰਦਪੁਰ ਸਾਹਿਬ ਕਿੰਨੀ ਛੋਟੀ ਜੀ ਜਗ੍ਹਾ ਹੈ, ਤੁਸੀਂ 3 ਸੂਬੇ, ਲਾਹੌਰ ਦਾ ਸੂਬਾ, ਸਰਹੰਦ ਦਾ ਸੂਬਾ, ਵਜ਼ੀਰ ਖਾਨ, ਜ਼ੇਰਦਸਤ ਖਾਨ, ਦਿੱਲੀ ਤੋਂ ਫੌਜ, ਤੁਹਾਡੇ ਤੋਂ 2-2.5 ਲੱਖ ਬੰਦਿਆਂ ਤੋਂ ਗੁਰੂ ਨਹੀਂ ਫੜਿਆ ਗਿਆ ਅਜੇ ਤੱਕ। ਉਹ ਕੁਝ ਕੋ ਭੁੱਖੇ ਸਿੰਘ 7 ਮਹੀਨੇ ਹੋ ਗਏ ਲੜੀ ਜਾਂਦੇ ਨੇ। ਇਹਨਾਂ ਨੇ ਕਿਹਾ ਗੁਰੂ ਨੂੰ ਨਹੀਂ ਅਸੀਂ ਹਰਾ ਸਕਦੇ। ਇਹਨਾਂ ਨੇ ਫੇਰ ਕੀ ਕੀਤਾ ਸੀਗਾ ਖਾਲਸਾ ਜੀ, ਸਤਲੁਜ ਤੋਂ ਮਹਾਰਾਜ ਨੇ ਦਰਿਆ ਕੱਢਿਆ ਹੋਇਆ ਸੀਗਾ, ਇਹਨਾਂ ਨੇ ਪਾਣੀ ਵੀ ਬੰਦ ਕਰ ਦਿੱਤਾ ਸੀ। ਫਿਰ ਗੁਰੂ ਕੇ ਯੋਧੇ ਬਚਿੱਤਰ ਸਿੰਘ, ਬਾਬਾ ਉਦੈ ਸਿੰਘ ਰਾਤੀ ਲੁੱਟਮਾਰ ਕਰਕੇ ਖਾਲਸੇ ਲਈ ਲੰਗਰ ਲੈ ਕੇ ਆਉਣਾ। ਸੋ ਮਹਾਰਾਜ ਨੇ ਹੁਣ ਤਿਆਰੀ ਕਰ ਲਈ ਇਹਨਾਂ ਨੂੰ ਝੂਠਾ ਪਾਉਣ ਦੀ।
ਪ੍ਰਥਮ ਖਜ਼ਾਨਾ ਕਰ ਹੈ ਨਿਕਾਰਨ। ਸੱਚੇ ਪਾਤਸ਼ਾਹ ਮਹਾਰਾਜ ਨੇ ਹੁਣ ਤੁਰਕਾਂ ਦੀ ਨਿਗਾਹ ਦੇ ਅੰਦਰ ਜੋ ਖਜ਼ਾਨਾ ਉਹ ਤਿਆਰ ਕਰ ਲਿਆ। ਬਹੁਰ ਗੁਰੂ ਕਰ ਕੂਚ ਪਧਾਰਨ। ਸੱਚੇ ਪਾਤਸ਼ਾਹ ਕਿਹਾ ਅਸੀਂ ਆ ਰਹੇ ਹਾਂ, ਪਹਿਲਾਂ ਖਜ਼ਾਨਾ ਆਵੇਗਾ। ਅੰਤਰ ਸਭਨ ਸੁਣੀ ਇਹ ਬਾਤ। ਸਾਰਿਆਂ ਨੇ ਇਹ ਗੱਲ ਸੁਣ ਲਈ। ਸਾਰੇ ਜਦੋਂ ਸਭ ਨੂੰ ਪਤਾ ਲੱਗੀ, ਅੰਦਰ ਕਿਲੇ ਦੇ ਵੀ ਤੇ ਬਾਹਰ ਫੌਜਾਂ ਨੂੰ ਵੀ, ਲਸ਼ਕਰ ਸਗਰੇ ਮਹਿ ਬਖਿਆਤ। ਸਾਰੇ ਲਸ਼ਕਰ ਦੇ ਅੰਦਰ ਗੱਲ ਫੈਲ ਗਈ। ਜਦੋਂ ਲਸ਼ਕਰ ਨੂੰ ਪਤਾ ਲੱਗੀ ਵੀ ਗੁਰੂ ਦਾ ਖਜ਼ਾਨਾ ਲੱਦਿਆ ਗਿਆ, ਸਾਡੇ ਵੱਲ ਆਇਆ ਕਿ ਆਇਆ। ਗਿਰਪਤ ਰਾਜੇ ਜੇ ਤਿਕਰਾਨੇ। ਜਿੰਨੇ ਗਿਰਪਤ ਦੇ ਰਾਜੇ ਸੀ, ਪਹਾੜੀ ਰਾਜੇ ਸੀ, ਤੇ ਹੋਰ ਲਾਹੌਰ ਵਾਲਾ ਤੇ ਸਰਹੰਦ ਵਾਲਾ। ਉਰ ਹਰਖੇ ਰਣ ਮਿਟਿਓ ਮਹਾਨੇ। ਕਹਿੰਦੇ ਗੁਰੂ ਨਾਲ ਲੜਨਾ ਨਹੀਂ ਪਿਆ। ਗੁਰੂ ਗੋਬਿੰਦ ਸਿੰਘ ਨਾਲ ਲੜ ਕੇ ਤਾਂ ਨਹੀਂ ਜਿੱਤ ਸਕਦੇ ਸੀ, ਹੁਣ ਪਿੱਛੋਂ ਵਾਰ ਕਰਾਂਗੇ। ਜ਼ੇਰ ਦਸਤ ਖਵਾਜਾ ਰੁਵਜੀਦ। ਕਵੀ ਰਾਏ ਭਾਈ ਸੰਤੋਖ ਸਿੰਘ ਜੀ ਕਹਿੰਦੇ ਜ਼ੇਰ ਦਸਤ ਜ਼ਬਰਦਸਤ ਖਾਨ ਲਾਹੌਰ ਵਾਲਾ ਤੇ ਖਵਾਜਾ ਮਰਦੂਦ ਉਹ ਮਲੇਰ ਕੋਟਲੇ ਵਾਲਾ, ਉਹ ਦੋਨੇ ਇਕੱਠੇ ਹੋ ਕੇ ਆਪਸ ਚ ਗੱਲ ਕਰਦੇ ਨੇ। ਵਹਿਰ ਗੁਰੂ ਕੀ ਲਖੀ ਰਸੀਦ। ਕਹਿੰਦੇ ਗੁਰੂ ਦੇ ਲਈ ਅਸੀਂ ਆਪਣੇ ਤੀਰ ਤਿਆਰ ਰੱਖੇ ਹੋਏ ਨੇ। ਹਿਰਦੇ ਮੁਦਿਤ ਭੇ ਸ਼ੋਕ ਮਿਟਾਏ। ਹਿਰਦੇ ਦੇ ਅੰਦਰ ਖੁਸ਼ ਹੋ ਰਹੇ ਨੇ। ਕ੍ਰਿਖ ਮੁਰਝਾਏ ਮਨੋ ਜਲ ਪਾਏ। ਪਰ ਦੂਜੇ ਪਾਸੋਂ ਮੁਰਝਾਏ ਨੇ। ਔਰੰਗਜ਼ੇਬ ਨੂੰ ਕੀ ਜਵਾਬ ਦੇਵਾਂਗੇ? 7 ਮਹੀਨੇ ਇੰਨੀ ਫੌਜ, ਫੇਰ ਵੀ ਗੁਰੂ ਸਾਡੇ ਕਾਬੂ ਨਹੀਂ ਆਇਆ ਜੰਗ ਕਰਕੇ। ਕੋਟਵਾਲ ਗੁਰ ਕੇ ਟਿਕ ਗਇਓ। ਇੱਕ ਕੋਤਵਾਲ ਗੁਰੂ ਦੇ ਕੋਲ ਗਿਆ, ਹਾਥ ਜੋਰ ਪੁਨ ਭਾਖਤ ਭਇਓ। ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ ਹੈ। ਰਾਤ ਅੰਧੇਰੀ ਤਿਮਰ ਮਹਾਨਾ। ਸੱਚੇ ਪਾਤਸ਼ਾਹ ਹਨੇਰੀ ਰਾਤ ਬਹੁਤ ਹੈ, ਅੱਗੇ ਹਨੇਰਾ ਹੈ, ਗੜਬੈਲਾ ਨੂੰ ਕਿੱਦਾਂ ਘੱਲੀਏ? ਮਗਨ ਹੈ ਸੂਝੇ ਆਵਨ ਜਾਨਾ। ਗੜਬੈਲਾ ਨੂੰ ਰਾਹ ਹੀ ਨਹੀਂ ਪਤਾ ਲੱਗਣਾ, ਕਿਉਂਕਿ ਖਾਲਸਾ ਜੀ ਹੁਣ ਤਾਂ ਇਲੈਕਟ੍ਰਿਸਿਟੀ ਹੈ, ਸਭ ਜਗ੍ਹਾ ਤੇ ਜਾਣਾ ਬਹੁਤ ਸੌਖਾ ਹੈ। ਉਹ ਅਨੰਦਪੁਰ ਸਾਹਿਬ ਜਦੋਂ ਇਲੈਕਟ੍ਰਿਸਿਟੀ ਨਹੀਂ ਸੀਗੀ, ਹਨੇਰਾ ਗੁੱਪ ਪਿਆ, ਪੋਹ ਦਾ ਮਹੀਨਾ, ਅੱਗੇ ਕਾਫੀ ਜ਼ਿਆਦਾ ਧੁੰਦ ਹੈ, ਤੇ ਅੱਗੋਂ ਕਲਗੀਧਰ ਪਾਤਸ਼ਾਹ ਮਹਾਰਾਜ ਉਹਨੂੰ ਵਣਜਾਰਿਆਂ ਨੂੰ ਕਹਿਣ ਲੱਗੇ, ਨਹੀਂ ਤੇਲ ਜੇ ਜਲ ਹੈ ਮਸਾਲਾ। ਕਹਿੰਦੇ ਮਹਾਰਾਜ ਮਸ਼ਾਲਾਂ ਤਾਂ ਹੈ ਨਹੀਂ, ਮਸ਼ਾਲਾਂ ਹੈਗੀਆਂ, ਤੇਲ ਨਹੀਂ ਹੈਗਾ, ਕਿਉਂਕਿ 7 ਮਹੀਨੇ ਦਾ ਘੇਰਾ ਸੀਗਾ। ਸੱਚੇ ਪਾਤਸ਼ਾਹ ਤੇਲ ਕਿੱਥੋਂ ਲਿਆਈਏ? ਚਲਤੇ ਹੋਏ ਪ੍ਰਕਾਸ਼ ਵਿਸਾਲਾ। ਸੱਚੇ ਪਾਤਸ਼ਾਹ ਜੇ ਮਸ਼ਾਲਾਂ ਹੋਣਗੀਆਂ ਤਾਂ ਹੀ ਗੜਬੈਲਾ ਨੂੰ ਰਾਹ ਮਿਲੇਗਾ, ਜਾਵਾਂਗੇ। ਜਿਮ ਆਇਸ ਹੋਏ ਬਨ ਹੈ ਉਪਾਏ। ਸੱਚੇ ਪਾਤਸ਼ਾਹ ਕੋਈ ਉਪਾਅ ਕਰੋ, ਗੜਬੈਲਾ ਨੂੰ ਕਿੱਦਾਂ ਬਾਹਰ ਘੱਲੀਏ? ਸੁਨ ਕੇ ਸ੍ਰੀ ਗੋਬਿੰਦ ਸਿੰਘ ਰਾਏ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ। ਆਪਨ ਹਾਥ ਤੇ ਬਰਛਾ ਦੀਨ। ਆਹਾ ਖਾਲਸਾ ਜੀ ਆਖਣਾ ਕਰੋ ਸਤਨਾਮ। ਇਹ ਉਹੀ ਬਰਛਾ ਖਾਲਸਾ ਜੀ ਜਿਹੜਾ ਬਾਬਾ ਅਜੀਤ ਸਿੰਘ ਨੂੰ ਜੰਗ ਦੇ ਕੇ ਭੇਜਣਾ। ਅੱਜ ਕਲਗੀਧਰ ਪਾਤਸ਼ਾਹ ਨੇ ਆਪਣਾ ਬਰਛਾ ਹੱਥ 'ਚ ਰੱਖਦੇ ਸਨ ਮਹਾਰਾਜ, ਉਹ ਬਰਛਾ ਹੱਥ ਲਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੰਘ ਨੂੰ ਦਿੱਤਾ। ਲਿਹੋ ਕੂਪ ਢਿਗ ਜਾਹੋ ਪ੍ਰਵੀਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਖੂਹ ਤੇ ਲੈ ਜਾਓ, ਤੇ ਕੂਪ ਕਹਿੰਦੇ ਨੇ ਖੂਹ ਨੂੰ। ਖੂਹ ਤੇ ਜਾ ਕੇ ਬਰਛਾ ਰੱਖਦੇ ਹੋ, ਇਸ ਉੱਪਰ ਤੋਂ ਮਰ ਧਰ ਦੀਜੈ। ਸੱਚੇ ਪਾਤਸ਼ਾਹ ਮਹਾਰਾਜ ਕਿਹਾ ਬਰਛੇ ਨੂੰ ਖੂਹ ਦੇ ਉੱਤੇ ਜਦੋਂ ਤੁਸੀਂ ਰੱਖਦੇ ਹੋਗੇ, ਇੱਕ ਦਿਸ਼ ਤੇਲ ਨਿਕਾਸਨ ਕੀਜੈ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਦੋਂ ਤੁਸੀਂ ਬਾਲਟੀ ਥੱਲੇ ਸੁੱਟੋਗੇ ਤੇ ਸਿੰਘ ਖੂਹਾਂ ਚੋਂ ਜਲ ਛਕਦੇ ਰਹੇ। 4 ਖੂਹ ਨੇ, ਉਹ 4 ਖੂਹਾਂ ਤੋਂ ਜਲ ਛਕਦੇ ਰਹੇ, ਕਿਉਂਕਿ ਇਹਨਾਂ ਨੇ ਉਹ ਜਿਹੜਾ ਕਨਾਲ ਆ ਰਿਹਾ ਸੀ ਸਤਲੁਜ ਤੋਂ ਕੱਢਿਆ ਸੀ, ਉਹ ਬੰਦ ਕਰਤਾ ਸੀਗਾ। ਮਹਾਰਾਜ ਕਹਿੰਦੇ ਬਰਛਾ ਉੱਤੇ ਰੱਖੋਗੇ, ਜਿਹੜੀ ਇੱਛਾ ਕਰਕੇ ਬਾਲਟੀ ਸੁੱਟੋਗੇ, ਇੱਛਾ ਕਰੋਗੇ ਤੇਲ ਆ ਜਾਵੇ, ਤੇਲ ਦੀ ਬਾਲਟੀ ਆ ਜਾਵੇਗੀ। ਇੱਛਾ ਕਰੋਗੇ ਕਿ ਅੰਦਰੋਂ ਜਲ ਆ ਜਾਵੇ, ਜਲ ਦੀ ਬਾਲਟੀ ਆ ਜਾਵੇਗੀ। ਆਖਣਾ ਕਰੋ ਸਤਨਾਮ। ਖਾਲਸਾ ਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਇਹ ਕੋਈ ਦੁਨਿਆਵੀ ਵਿਅਕਤੀ ਨਹੀਂ ਹੈ। ਅੱਜ ਦੁਨਿਆਵੀ ਵਿਅਕਤੀ ਕਹਿਣ ਲੱਗ ਪਏ ਨੇ ਕਿਸ ਤਰ੍ਹਾਂ ਹੋ ਗਿਆ। ਖਾਲਸਾ ਜੀ ਉਹ ਅਕਾਲ ਪੁਰਖ ਦਾ ਸੁੱਤ ਹੈ, ਮਹਾਬਲੀ ਅਵਤਾਰ ਹੈ, ਕੁਝ ਵੀ ਕਰ ਸਕਦੇ ਨੇ, ਉਹਨਾਂ ਦੇ ਲਈ ਕੁਝ ਔਖਾ ਨਹੀਂ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਕੌਤਕ ਦੇਖ ਕੇ ਅਨੰਦਪੁਰ ਦੇ ਅੰਦਰ ਦੇ ਸਿੰਘ ਹੈਰਾਨ ਹੋਏ ਕਿ ਅਸੀਂ 7 ਮਹੀਨੇ ਤੋਂ ਭੁੱਖੇ ਬੈਠੇ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਲਈ ਤੇਲ ਨਹੀਂ ਪ੍ਰਗਟ ਕੀਤਾ, ਖਾਣ ਦੀ ਵਸਤੂਆਂ ਨਹੀਂ ਪ੍ਰਗਟ ਕੀਤੀਆਂ, ਪਰ ਅੱਜ ਗੜਬੈਲਾਂ ਦੇ ਉੱਤੇ ਲਿੱਦ ਭੇਜਣੀ ਹੈ ਬਾਹਰ ਤੇ ਮਸ਼ਾਲਾਂ ਦੇ ਲਈ। ਕਿਆ ਮਹਾਰਾਜ ਸਮਰੱਥ ਨੇ, ਅਸੀਂ ਸੱਚੇ ਪਾਤਸ਼ਾਹ ਨੂੰ ਨਹੀਂ ਜਾਣ ਸਕੇ। ਦੂਸਰ ਦਿਸ਼ਾ ਰਹਿ ਜਲ ਤੈਸੇ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਦੂਸਰੇ ਪਾਤਸ਼ਾਹ ਮਹਾਰਾਜ ਕਹਿੰਦਾ ਖੂਹ ਇੱਕੋ ਹੀ ਹੈ, ਇੱਕ ਪਾਸੇ ਤੇਲ ਰਹੇਗਾ, ਪਾਣੀ ਰਹੇਗਾ, ਜੋ ਇੱਛਾ ਕਰੋਗੇ ਉਹ ਬਾਹਰ ਆ ਜਾਵੇਗਾ। ਖਾਨ ਪਾਨ ਹਿਤ ਲੀਜੈ ਵੈਸੇ। ਸੱਚੇ ਪਾਤਸ਼ਾਹ ਮਹਾਰਾਜ ਕਿਹਾ ਜੋ ਖਾਣ ਪੀਣ ਲਈ ਚਾਹੀਦਾ ਹੋਵੇ ਤੇਲ ਵਰਤ ਲਿਓ,
ਜਲ ਚਾਹੀਦਾ ਹੋਏ ਜਲ ਵਰਤ ਲਿਓ। ਇਹ ਬ੍ਰਿਖਬ ਜੋ 5000 ਕਹਿੰਦੇ 5000 ਗੜਬੈਲਾਂ ਦੇ ਉੱਤੇ ਤੁਸੀਂ ਮਸ਼ਾਲਾਂ ਦੇ ਅੰਦਰ ਤੇਲ ਖੂਹ ਚੋਂ ਕੱਢ ਕੇ ਪਾ ਕੇ ਗੜਬੈਲਾਂ ਬਾਹਰ ਨੂੰ ਤੋੜ ਦਿਓ। 10,000 ਤੇ ਸਿੰਘ ਵਿਚਾਰ। ਕਲਗੀਧਰ ਪਾਤਸ਼ਾਹ ਮਹਾਰਾਜ ਕਿਹਾ ਵੀ 10,000 ਸਿੰਘ ਨੇ 5,000 ਗੜਬੈਲਾਂ ਦੇ, ਕਿਉਂਕਿ ਇੱਕ ਬਫੈਲੋ ਦੇ ਉੱਤੇ 2 ਸਿੰਘ ਲੱਗੇ ਨੇ ਤੇ ਦੋਨਾਂ ਦੇ ਉੱਤੇ ਮਸ਼ਾਲ ਬੰਨ੍ਹ ਦਿਓ ਤੇ ਉਹਨਾਂ ਨੂੰ ਬਾਹਰ ਘੱਲ ਦਿਓ। ਸਭ ਪਰ ਦੇਹੋ ਮਸਾਲ ਬੰਧਵਾਏ। ਸਾਰਿਆਂ ਤੇ ਮਸਾਲਾ ਬਣਾ ਕੇ ਵਾਰੀ-ਵਾਰੀ ਘੱਲਣਾ ਸ਼ੁਰੂ ਕਰ ਦਿੱਤਾ। ਤੇਲ ਕੂਪ ਤੇ ਲਿਹੋ ਨਿਕਸਾਏ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਉਸ ਕਰਾਮਾਤੀ ਖੂਹ ਚੋਂ ਬਰਛੇ ਦੀ ਕਰਾਮਾਤ ਦੇ ਨਾਲ ਤੇਲ ਨਿਕਲੀ ਜਾਂਦਾ ਹੈ। ਲੈ ਗੁਰ ਕਰਤੇ ਤੋਮਰ ਆਏ। ਸੱਚੇ ਪਾਤਸ਼ਾਹ ਮਹਾਰਾਜ ਦਾ ਬਰਛਾ ਲੈ ਕੇ ਸਿੰਘ ਆਏ ਸੀਗੇ, ਜਿੰਨਾ ਤੇਲ ਚਾਹੀਦਾ ਸੀ ਕੱਢੀ ਗਏ। ਧਰੇ ਕੂਪ ਪਰ ਕਾਢਨ ਲਾਏ। ਕੂਪ ਦੇ ਉੱਤੇ ਧਰ ਕੇ ਅੰਦਰੋਂ ਤੇਲ ਕੱਢ ਲਿਆ ਸਿੰਘਾਂ ਨੇ। ਦੇਖਤ ਬਿਸਮੈ ਹੋਏ ਕਰ ਸਾਰੇ। ਸਾਰੀ ਸੰਗਤ ਦੇਖ ਕੇ ਹੈਰਾਨ ਹੋ ਗਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗ ਪਏ, ਬੰਧ ਮਸਾਲਨ ਸਗਰੇ ਡਾਰੇ। ਦੇਖ ਕੇ ਮਸ਼ਾਲਾਂ ਜਲਦੀਆਂ ਸਿੰਘਾਂ ਦੇ ਅੰਦਰ ਬੜਾ ਜੋਸ਼ ਆਇਆ। ਜਿਹੜੇ ਭੁੱਖੇ ਸੀਗੇ ਕਲਗੀਧਰ ਪਾਤਸ਼ਾਹ ਦੀ ਕਰਾਮਾਤ ਦੇਖ ਕੇ ਹਿਰਦੇ ਨੂੰ ਸ਼ਾਂਤੀ ਆਈ। ਲੋਕ ਸੈਂਕੜੇ ਲਗੇ ਸੁਧਾਰਨ। ਸੈਂਕੜੇ ਲੋਕ ਦੇਖ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਕੌਤਕ ਵਣਜਾਰੇ ਵੀ ਆਏ ਨੇ ਨਾ ਆਪਣਾ ਗੜਬੈਲ ਲੈਣ, ਉਹ ਵੀ ਦੇਖ ਦੇਖ ਕੇ ਹੈਰਾਨ ਹੁੰਦੇ ਨੇ। ਕਰੀ ਮਸਾਲਨ ਤਤ ਛਿਨ ਜਾਰਨ। ਸੱਚੇ ਪਾਤਸ਼ਾਹ ਮਹਾਰਾਜ ਦੀ ਕਰਾਮਾਤ ਦੇ ਨਾਲ ਮਸ਼ਾਲਾਂ ਜਲ ਪਈਆਂ। ਹੁਕਮ ਗੁਰੂ ਕੋ ਪੁਨ ਇਮ ਭਇਓ। ਸੱਚੇ ਪਾਤਸ਼ਾਹ ਨੇ ਦੂਜਾ ਹੁਕਮ ਕੀਤਾ ਮਸ਼ਾਲਾਂ ਤੋਂ ਬਾਅਦ, ਖੀਨ ਖਾਬ ਜੇ ਤਿਕ ਬਚ ਗਇਓ। ਸੱਚੇ ਪਾਤਸ਼ਾਹ ਕਿਹਾ ਹੁਣ ਜਿੰਨਾ ਵੀ ਸਮਾਨ ਬਚ ਗਿਆ ਹੈ, ਦੁਐ ਦੁਐ ਗਜ ਗੂਨਨ ਪਰ ਡਾਰੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੋਰ ਜ਼ਿਆਦਾ ਪਾ ਦਿਓ ਲਿੱਦ ਜਿਹੜੀ ਹੈ। ਤਿਮਹੀ ਤਤ ਛਿਨ ਤਿਨ ਪਰ ਧਾਰੇ। ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੇ ਉੱਤੇ ਪਵਾ ਕੇ ਲਿੱਦ ਤੇ ਘੋੜਿਆਂ ਦਾ ਮਾਂਸ, ਹੱਡੀਆਂ, ਪੱਤੇ, ਜੋ ਕਬਾੜ ਸੀ ਗੜਵੈਲਾਂ ਤੇ ਲੱਦ ਦਿੱਤਾ। ਉਪਰੰਤ ਰੇਸ਼ਮੀ ਦੁਮਾਲੇ ਪਾ ਦਿੱਤੇ ਵੀ ਤਾਂ ਕਿ ਉਹਨਾਂ ਨੂੰ ਲੱਗੇ ਖਜ਼ਾਨਾ ਹੈ। 10,000 ਜਬ ਜਰੀ ਮਸਾਲਾ। ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਜਦੋਂ 10,000 ਮਸ਼ਾਲ ਜਲ ਗਈ, ਜਿਤ ਕਿਤ ਦਿਪਤ ਪ੍ਰਕਾਸ਼ ਵਿਸਾਲਾ। ਬਹੁਤ ਪ੍ਰਕਾਸ਼ ਹੋ ਗਿਆ ਆਨੰਦਪੁਰ ਦੀ ਧਰਤੀ ਤੇ। ਲਸ਼ਕਰ ਵਹਿਰ ਤਿਆਰ ਭਿਖ ਹੋਏ। ਬਾਹਰ ਲਸ਼ਕਰ ਤਿਆਰ ਸੀਗਾ ਲੁੱਟਣ ਨੂੰ। ਮਨ ਮਹਿ ਚਹਿ ਲੂਟਿਓ ਸਭ ਕੋਏ। ਆਖਣਾ ਕਰੋ ਸਤਨਾਮ ਸ਼੍ਰੀ ਵਾਹਿਗੁਰੂ। ਭੈੜੀਆਂ ਕੋਝੀਆਂ ਚਾਲਾਂ ਵਾਲੇ ਪਹਾੜੀ ਤੇ ਉਧਰੋਂ ਲਾਹੌਰ ਵਾਲੇ, ਉਧਰੋਂ ਪਹਾੜੀ ਤੇ ਦਿੱਲੀ ਵਾਲੇ ਲੁੱਟਣ ਨੂੰ ਤਿਆਰ ਸੀਗੇ। ਮਨ ਦੇ ਅੰਦਰ ਝੂਠੀਆਂ ਕਸਮਾਂ ਖਾਈਆਂ ਸਭ ਭੁੱਲੀ ਬੈਠੇ ਨੇ। ਲੱਖਾਂ ਵੀਰ ਤਿਆਰ ਹੋਏ ਠਾਂਡੇ। ਤੇ ਅੱਗੋਂ ਲੱਖਾਂ ਦੀ ਫੌਜ ਮਹਾਰਾਜ ਦਾ ਧਨ ਲੁੱਟਣ ਲਈ ਤਿਆਰ ਸੀ। ਦੇਖਤ ਦਰਬ ਗੁਰੂ ਅਬ ਕਾਢੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਧਨ ਲੁੱਟ ਲਾਂਗੇ ਤੇ ਲੁੱਟ ਕੇ ਆਪਣੇ ਘਰਾਂ ਦੇ ਅੰਦਰ ਲੈ ਜਾਵਾਂਗੇ। ਉੱਚੋ ਹੈ ਮੋਰਚਾ ਜੋਈ। ਜਿਹੜਾ ਗੁਰੂ ਦਾ ਉੱਚਾ ਮੋਰਚਾ ਲੱਗਿਆ ਨਾ ਆਨੰਦਪੁਰ ਸਾਹਿਬ, ਤਿਸ ਕੇ ਢਿਗ ਢਿਗ ਕੀਨੇ ਸੋਈ। ਸੱਚੇ ਪਾਤਸ਼ਾਹ ਨੇ ਉੱਚੇ ਮੋਰਚੇ 'ਚ ਬੜਾ ਖਜ਼ਾਨਾ ਲੁੱਕ ਕੇ ਰੱਖਿਆ। ਕਈ ਵਿੱਚ ਮੇਰੇ ਵਰਗੇ ਵੀ ਸੀ, ਉਹ ਕਹਿੰਦਾ ਮੈਂ ਤੇ ਗੜਬੈਲ ਹੀ ਆਪਣੇ ਘਰ ਲੈ ਜਾਵਾਂਗਾ। ਉਹਨਾਂ ਕਿਹਾ ਗੜਬੈਲ ਕਿੱਥੇ ਛੁਪਾਏਗਾ? ਕਿਹਾ ਮੇਰੇ ਘਰ ਦੇ ਅੰਦਰ ਮੰਦਿਰ ਬਣਿਆ, ਉਸ ਮੰਦਿਰ ਦੇ ਥੱਲੇ ਖਜ਼ਾਨੇ ਦਾ ਤਹਿਖਾਨਾ, ਉੱਥੇ ਛੁਪਾ ਲਵਾਂਗਾ। ਸਨੇ ਸਨੇ ਸਭ ਬ੍ਰਿਖ ਬਨਿਕਾਰੇ। ਸੱਚੇ ਪਾਤਸ਼ਾਹ ਮਹਾਰਾਜ ਨੇ ਧੀਰੇ ਧੀਰੇ ਇਸ ਤਰ੍ਹਾਂ ਹੌਲੀ ਹੌਲੀ ਇੱਕ ਇੱਕ ਗੜਬੈਲ ਭੇਜਣਾ ਸ਼ੁਰੂ ਕਰ ਦਿੱਤਾ। ਉੱਪਰ ਤੋਂ ਪਹਿ ਕੀ ਨਸ ਤਿਆਰੇ। ਸੱਚੇ ਪਾਤਸ਼ਾਹ ਨੇ ਦੂਜੇ ਪਾਸੇ ਹੁਣ ਰਾਜਨੀਤੀ ਦੇ ਜਿੱਥੇ ਯੋਧੇ ਨੇ, ਉੱਥੇ ਜੰਗ ਦੇ ਵੀ ਸੂਰਬੀਰ ਨੇ। ਦੂਸਰੇ ਪਾਸੇ ਉੱਪਰ ਤੋਪਾਂ ਬਿੜਵਾ ਦਿੱਤੀਆਂ ਬਈ ਜਿਵੇਂ ਖਜ਼ਾਨਾ ਲੁੱਟਣ ਦੀ ਭੈੜੀ ਚਾਲ ਚੱਲਣਗੇ, ਉੱਤੋਂ ਤੋਪਾਂ ਚਲਾ ਦੇਾਂਗੇ। ਵੈਰੀ ਨੂੰ ਝੂਠਾ ਕਰਕੇ ਵੀ ਮਾਰਿਆ, ਜੰਗ ਦੇ ਅੰਦਰ ਉਹਨਾਂ ਦੇ ਪ੍ਰਾਣ ਖੋ ਕੇ ਵੀ ਮਾਰਿਆ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਜੰਗੀ ਰਣਨੀਤੀ ਅੱਜ ਸਮੂਹ ਖਾਲਸਾ ਦੇਖ ਰਿਹਾ ਹੈ। ਬਹੁ ਜਵਾਲਾ ਬਮਨੀ ਕਹਿ ਹਾਥ। ਜਵਾਲਾ ਬਮਣੀ ਕਹਿੰਦੇ ਨੇ ਬੰਦੂਕਾਂ ਨੂੰ। ਸਿੰਘਾਂ ਨੇ ਬੰਦੂਕਾਂ ਵੀ ਤਿਆਰ ਕਰ ਲਈਆਂ ਤੇ ਤੋਪਾਂ ਵੀ ਬੀੜ ਲਈਆਂ। ਮਹਾਰਾਜ ਦੀ ਤੋਪ ਦਾ ਨਾਮ ਸੀਗਾ ਬਾਗਣ, ਬਾਗ ਵਰਗੀ ਗੱਜਦੀ ਸੀਗੀ। ਇੱਕ ਦਾ ਤੋਪ ਦਾ ਨਾਮ ਸੀਗਾ ਬਿਜਲ, ਉਹ ਬਿਜਲੀ ਵਰਗੀ ਲਸ਼ਕਦੀ ਸੀ ਜਦੋਂ ਉਸ ਚੋਂ ਗੋਲਾ ਨਿਕਲਦਾ ਸੀ। ਮਹਾਰਾਜ ਨੇ ਬਾਗਣ ਤੇ ਬਿਜਲ ਦੋਨੇ ਤੋਪਾਂ ਗੜਵਾ ਲਈਆਂ। ਦੂਜੇ ਪਾਸੇ ਮਹਾਰਾਜ ਨੇ ਜਵਾਲਾ ਬਮਣੀਆਂ, ਸੱਚੇ ਪਾਤਸ਼ਾਹ ਨੇ ਬੰਦੂਕਾਂ ਤਿਆਰ ਕਰਾ ਲਈਆਂ ਸਿੰਘਾਂ ਤੋਂ। ਖਰੇ ਕਰੇ ਤਹ ਸਿੰਘ ਗਨਨਾਥ। ਸਿੰਘ ਜਿਹੜੇ ਨੇ ਉਹ ਖੜੇ ਹੋ ਗਏ, ਤਿਆਰ ਬਰ ਤਿਆਰ ਦੇਖ ਰਹੇ ਨੇ ਉੱਪਰੋਂ ਕਿਲੇ ਤੋਂ। ਜਦੋਂ ਜਾ ਰਿਹਾ 10,000
ਗੜਬੈਲ ਜਾ ਰਿਹਾ 5000 ਗੜਬੈਲ 10000 ਮਸ਼ਾਲਾਂ ਜਲਾ ਕੇ। ਆਪ ਆਨੰਦਪੁਰੇ ਚੱਲ ਬੈਸੇ। ਸੱਚੇ ਪਾਤਸ਼ਾਹ ਆਪ ਆਨੰਦਪੁਰੀ ਦੇ ਨਾਲ ਉੱਪਰੋਂ ਤਮਾਸ਼ਾ ਦੇਖ ਰਹੇ ਨੇ। ਸਿੰਘਾਂ ਨੂੰ ਜੰਗਲਿਆਂ ਨੂੰ ਤਿਆਰ ਕਰਾ ਦਿੱਤਾ, ਵਣਜਾਰਿਆਂ ਨੂੰ ਭੇਜ ਦਿੱਤਾ। ਦੂਸਰੇ ਪਾਸੇ ਮਹਾਰਾਜ ਅਟਾਰੀ ਤੇ ਹਾਥੀ ਬਰਛਾ ਫੜਿਆ, ਕਮਰ ਕੱਸਾ ਲਾਇਆ, ਕਲਗੀ ਝੂਲ ਰਹੀ ਹੈ। ਮਹਾਰਾਜ ਦਾ ਜਿਹੜਾ ਸ਼ਮਸ਼ ਹੈ, ਦਾੜਾ ਹੈ, ਉਹ ਹਵਾ ਦੇ ਅੰਦਰ ਝੂਲ ਰਿਹਾ ਹੈ ਤੇ ਕਲਗੀਧਰ ਪਾਤਸ਼ਾਹ ਮੁਸਕਰਾ ਰਹੇ ਨੇ। ਕਪਟੀ ਹਤ ਹੈ ਪਿਖਨ ਕੋ ਤੈਸੇ। ਕਲਗੀਧਰ ਪਾਤਸ਼ਾਹ ਮਹਾਰਾਜ ਕਿਹਾ ਅੱਜ ਕਪਟੀਆਂ ਦਾ ਸੰਘਾਰ ਵੀ ਕਰਾਂਗੇ। ਹਾਕਤ ਚਾਲੇ ਬ੍ਰਿੰਦ ਲਬਾਨੇ। ਸ੍ਰੀ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨ ਕੇ ਇਸ ਪ੍ਰਕਾਰ ਸਾਰਾ ਵਹੀਰ ਚੱਲ ਪਿਆ ਵਣਜਾਰਿਆਂ ਦਾ। ਪਸਰਿਓ ਸਭਿਨ ਪ੍ਰਕਾਸ਼ ਮਹਾਨੇ। ਸਾਰੇ ਪਾਸੇ ਗੜਬੈਲਾਂ ਦਾ 10,000 ਮਸ਼ਾਲਾਂ ਜਲ ਰਹੀਆਂ ਸੀ, ਪ੍ਰਕਾਸ਼ ਹੋ ਪਿਆ। ਰਾਜਨ ਕੀ ਸਿਪਾਹਗਨ ਆਈ। ਉਸ ਤਰ੍ਹਾਂ ਹੀ ਰਾਜੇ ਜਿਹੜੇ ਸੀਗੇ ਟੋਲੀਆਂ ਛੁਪੇ ਹੋਏ ਸੀਗੇ ਵੀ ਇੱਕ ਗੜਬੈਲ ਮੈਂ ਲੁੱਟਾਂਗਾ, ਇੱਕ ਕਹਿੰਦਾ ਮੈਂ ਲੁੱਟਾਂਗਾ। ਸਨੇ ਸਨੇ ਦੇਖਤ ਨਿਕਟਾਈ। ਦੇਖਿਆ ਜਦੋਂ ਨਿਕਟ ਆ ਗਏ ਨੇ ਬੈਲ, ਹੁਣ ਖਜ਼ਾਨੇ ਦੇ 5000 ਚੋਂ ਤਕਰੀਬਨ 3000 ਬੈਲ ਬਾਹਰ ਆ ਗਿਆ। ਕਹਿੰਦੇ ਹੁਣ ਲੁੱਟਣਾ ਸ਼ੁਰੂ ਕਰੀਏ। ਖੀਨ ਖਾਬ ਕੀ ਚਮਕਤ ਜ਼ਰੀ। ਕਹਿੰਦੇ ਦੇਖਿਆ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਖਜ਼ਾਨਾ ਭੇਜਿਆ ਉਹਦੇ ਉੱਤੇ ਬੜੇ ਜ਼ਰੀਦਾਰ ਕੱਪੜੇ ਲਿਸ਼ਕਾਂ ਮਾਰ ਰਹੇ ਨੇ, ਕਿਉਂਕਿ ਜ਼ਰੀਦਾਰ ਜਿਹੜੇ ਕੱਪੜੇ ਹੁੰਦੇ ਨੇ ਨਾ ਉਹਨਾਂ ਤੇ ਜਦੋਂ ਲਾਈਟ ਪੈਂਦੀ ਉਹ ਚਮਕਦੇ ਨੇ। ਤੇ ਉਹ ਰੁਮਾਲੇ ਪਵਾਏ ਸੀਗੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ, ਖੇਡ ਸੀਗੀ। ਹੁਣ ਉਹ ਦੇਖ ਕੇ ਉਹਨਾਂ ਦਾ ਮਨ ਲਲਚਾ ਗਿਆ ਹੋਰ। ਜਾਨੀ ਦੌਲਤ ਅਚਰਜ ਭਰੀ। ਕਹਿੰਦੇ ਬਹੁਤ ਦੌਲਤ ਲੱਦੀ ਹੋਣੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਕਿੰਨੇ ਹੀ ਸਿੰਘ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ, ਅੱਜ ਖਜ਼ਾਨਾ ਲੁੱਟਾਂਗੇ ਗੁਰੂ ਦਾ। ਕੰਚਨ ਚਾਂਦੀ ਹੋਏ ਜਵਾਹਰ। ਅੰਦਰ ਪੱਕਾ ਸੋਨਾ ਤੇ ਚਾਂਦੀ ਜਵਾਹਰਾਤ ਹੀਰੇ ਮੋਤੀ ਹੋਣਗੇ। ਸਿੱਖਿਅਤ ਵੱਡ ਪ੍ਰਭਾਵ ਹੀ ਜਾਹਰ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਐਸ਼ਵਰਜ ਨੇ, ਮਹਾਰਾਜ ਦਾ ਜਿਹੜਾ ਸਰੂਪ ਹੈ ਉਹ ਵਾਕਈ ਰਾਜਿਆਂ ਵਾਲਾ ਹੈ। ਗੁਰੂ ਗੋਬਿੰਦ ਸਿੰਘ ਦਾ ਇਹ ਧਨ ਲੁੱਟਾਂਗੇ। ਸੁਨ ਰਾਜਨ ਭੀ ਧਰਮ ਵਿਸਾਰਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਦੇਖ ਲਿਆ ਸਾਹਮਣੇ ਰਾਜੇ ਜਿਹੜੇ ਨੇ ਮਨ ਦੇ ਅੰਦਰ ਖੋਟੀ ਨੀਤੀ ਰੱਖਦੇ ਨੇ। ਉਮਰਾਵਨ ਈਮਾਨ ਕੋ ਹਾਰਾ। ਉਮਰਾਵ ਜਿਹੜੇ ਨੇ ਸਾਹਮਣੇ ਮਹਾਰਾਜ ਅਟਾਰੀ ਤੇ ਦੇਖ ਰਹੇ ਨੇ ਚੜਦੇ, ਕਿਸ ਤਰ੍ਹਾਂ ਇਹ ਕਸਮਾਂ ਖਾ ਕੇ ਅੱਜ ਆਪਣੇ ਧਰਮ ਤੋਂ ਹਾਰਨ ਲੱਗੇ ਨੇ। ਸਪਤ ਮਾਸ ਦੁਖ ਪਾਵਤ ਰਹੇ। 7 ਮਹੀਨੇ ਅਸੀਂ ਭੁੱਖ ਦਾ ਦੁੱਖ ਜਰਿਆ ਹੈ। ਲੜਤ ਹਜ਼ਾਰੋਂ ਮ੍ਰਿਤ ਕੋ ਲਹੇ। ਮੇਰੇ ਹਜ਼ਾਰਾਂ ਹੀ ਸਿੰਘ ਲੜਦੇ ਲੜਦੇ ਸ਼ਹੀਦ ਹੋ ਗਏ, ਅੰਦਰ ਭੁੱਖ ਦੇ ਮਾਰੇ ਉਕਲਾਏ ਗਏ। ਦਰਬ ਕਰੋੜੋਂ ਵਿੱਚ ਤੇ ਚਾਲਾ। ਕਿੰਨਾ ਕਰੋੜਾਂ ਹੀ ਸਾਡਾ ਧਨ ਖਰਾਬ ਹੋ ਗਿਆ ਅੰਦਰ। ਜਿਸ ਤੇ ਤ੍ਰਿਪਤੈ ਸੈਨ ਵਿਸਾਲਾ। ਉਸ ਨਾਲ ਕਿੰਨਿਆਂ ਨੂੰ ਹੀ ਖਾਣਾ ਖਵਾਇਆ ਜਾ ਸਕਦਾ ਸੀ। ਖਾਲੀ ਦੁਰਗ ਰਹੇ ਕਿਆ ਲੈ ਹੈ। ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਅਸੀਂ ਇਹਨਾਂ ਨੂੰ ਕੁਝ ਵੀ ਨਹੀਂ ਦੇਣਾ, ਹੁਣ ਖਾਲੀ ਕਿਲੇ ਚੋਂ ਕੀ ਲੈਣਗੇ। ਚੜ੍ਹੈ ਗੁਰੂ ਕਿਸ ਦੇਸ਼ ਸਿਧੈ ਹੈ। ਹੁਣ ਪਤਾ ਨਹੀਂ ਗੁਰੂ ਗੋਬਿੰਦ ਦੂਸਰੇ ਪਾਸੇ ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਸੀਂ ਸਾਰਾ ਧਨ ਲੁੱਟ ਲੈਣਾ ਹੈ। ਗੁਰੂ ਪਤਾ ਨਹੀਂ ਹੁਣ ਕਿੱਥੇ ਜਾ ਕੇ ਰਵੇਗਾ। ਹੁਣ ਅਸੀਂ ਗੁਰੂ ਨੂੰ ਨਹੀਂ ਛੱਡਣਾ। ਵਧਿਓ ਲੋਭ ਮਨ ਵਿਖੈ ਕਨੇਰਾ। ਮਨ ਦੇ ਅੰਦਰ ਪਹਾੜੀ ਰਾਜਿਆਂ ਦੇ ਅੰਦਰ, ਲਾਹੌਰ ਵਾਲਿਆਂ ਦੇ ਅੰਦਰ, ਸਰਹੰਦ ਵਾਲਿਆਂ ਦੇ ਅੰਦਰ ਲੋਭ ਵੱਧ ਗਿਆ। ਧਰਮ ਈਮਾਨ ਹਤਿਓ ਤਿਸ ਬੇਰਾ। ਆਪਣਾ ਧਰਮ ਤੇ ਇਮਾਮ ਕਸਮਾਂ ਝੂਠੀਆਂ ਜਾਣ ਬੈਠੇ। ਸ਼ਿਵ ਠਾਕਰ ਅਰ ਕਸਮ ਕੁਰਾਨਾ। ਕੁਰਾਨ ਦੀ ਕਸਮ ਅਤੇ ਗਊ ਦੀ ਕਸਮ ਝੂਠੀ ਜਾਣ ਲਈ। ਵਿਆਪਿਓ ਲੋਭ ਦਇਓ ਕਰ ਹਾਨਾ। ਇਸ ਪ੍ਰਕਾਰ ਲੋਭ ਦੇ ਵਸ ਹੋ ਕੇ ਜਿਹੜੇ ਪਹਾੜੀ ਰਾਜੇ ਸੀ, ਪਰੇ ਪਹਾੜੀ ਪੂਰਬ ਆਏ। ਸਭ ਤੋਂ ਪਹਿਲੇ ਪਹਾੜੀ ਲੁੱਟਣ ਆਏ ਮਹਾਰਾਜ ਦਾ ਖਜ਼ਾਨਾ। ਭਇਓ ਰੌਰ ਦੇਈ ਲੂਟ ਮਚਾਏ। ਰੌਲਾ ਪਾ ਲਿਆ, ਲੁੱਟ ਲੋ ਲੁੱਟ ਲੋ ਲੁੱਟ ਲੋ, ਗੁਰੂ ਗੋਬਿੰਦ ਸਿੰਘ ਦਾ ਖਜ਼ਾਨਾ ਹੈ। ਮਹਾਰਾਜ ਨੇ ਕਿਹਾ ਖਾਲਸਾ ਜੀ ਆਹ ਦੇਖੋ, ਤੁਸੀਂ ਕਹਿੰਦੇ ਸੀ ਕਸਮਾਂ ਖਾਉਂਦੇ ਨੇ। ਮਾਤਾ ਗੁਜਰੀ ਜੀ ਆਹ ਦੇਖੋ, ਤੁਸੀਂ ਕਿਹਾ ਸੀ ਆਹ ਕੁਰਾਨ ਦੀ ਕਸਮ ਖਾਂਦਾ ਹੈ, ਪੰਮਾ ਪੁਰੋਹਿਤ ਨਹੀਂ ਲੁੱਟਾਂਗੇ। ਉਹ ਦੇਖੋ ਗੜਬੈਲਾਂ ਦੇ ਉੱਤੇ ਕਿਵੇਂ ਭੁੱਖੇ ਸ਼ੇਰਾਂ ਦੀ ਤਰ੍ਹਾਂ ਟੁੱਟ ਕੇ ਪਏ ਨੇ। ਮਿਲ ਮਿਲ ਨਾਰੇ 10 20 ਕੇ 40। ਇੱਕ ਬੰਦਾ ਨਹੀਂ, ਇੱਕ ਗੜਬੈਲ ਨੂੰ 20 ਬੰਦੇ ਲੁੱਟ ਰਹੇ ਨੇ। ਮਾਤਾ ਗੁਜਰੀ ਜੀ ਦੇਖ ਲਓ ਜਿਨ੍ਹਾਂ ਦਾ ਤੁਸੀਂ ਇਤਬਾਰ ਕਰਨ ਨੂੰ ਕਹਿੰਦੇ ਸੀ। ਬ੍ਰਿਖਬ ਸਹਿਤ ਸਭ ਗੋਨ ਸੰਭਾਲੀ। ਇਸ ਤਰ੍ਹਾਂ ਗੜਬੈਲਾਂ ਨੂੰ ਵੀ ਅੱਗੇ ਚੱਲਣ ਨਹੀਂ ਦੇ ਰਹੇ, ਪਿੱਛੋਂ ਹੀ ਗੱਡਾ ਖਿੱਚ ਲੈਂਦੇ ਨੇ ਵੀ ਧਨ ਘਰ ਲੈ ਜਾਈਏ। ਪਹਾੜੀ ਰਾਜੇ ਝੂਠੇ ਮੁੱਕਰ ਗਏ ਕਸਮਾਂ ਤੋਂ। ਤਿੰਨ ਪਰ 60 ਕੇ 100 ਮਿਲ ਆਏ। 60 ਤੇ 100 ਬੰਦਾ ਮਿਲ ਕੇ ਇੱਕ ਗੜਬੈਲ ਨੂੰ ਲੁੱਟ ਰਿਹਾ ਹੈ। ਕਰ ਬਲ ਬਾਹਨ ਛੀਨਤ ਜਾਏ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਧਨ ਲੁੱਟਣ ਦੇ ਲਈ ਆਪਸ ਦੇ ਅੰਦਰ ਇੱਕ ਦੂਜੇ ਨਾਲ ਲੜ ਪਏ। ਪਿਓ ਪੁੱਤਰ ਦੇ ਨਾਲ ਲੜ ਪਿਆ, ਚਾਚਾ ਭਤੀਜੇ ਦੇ ਨਾਲ, ਮਾਮਾ ਭਾਂਜੇ ਦੇ ਨਾਲ ਆਪਸ ਦੇ ਅੰਦਰ ਜੰਗ ਲਗਾ ਲਈ।
ਸੋ ਨਹਿ ਦੇ ਤਲੜਨ ਜਰ ਲਾਗੇ। ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਧਨ ਮੈਂ ਘਰ ਲੈ ਕੇ ਜਾਵਾਂਗਾ। ਸ਼ਸਤਰ ਪਰੇ ਝਲ ਕੇ ਤਿਕ ਭਾਗੇ। ਆਪਸ ਦੇ ਅੰਦਰ ਸ਼ਸਤਰ ਚਲਾ ਲਏ, ਕਹਿੰਦੇ ਮਾਰ ਦਵਾਂਗਾ, ਧਨ ਮੈਂ ਲੈ ਕੇ ਜਾਵਾਂਗਾ। ਪਰਿਓ ਰੌਰ ਕੋ ਸਨ ਲਗ ਸੁਨਿਅਤ। ਜਦੋਂ ਰੌਲਾ ਪਿਆ ਨਾ ਆਨੰਦਪੁਰ ਦੇ ਉੱਤੇ ਸ਼੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਰੌਲਾ ਪਹੁੰਚਿਆ, ਸਿੰਘਾਂ ਨੇ ਆਪਣਾ ਸਿਰ ਨੀਵਾਂ ਕਰ ਲਿਆ। ਕਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਕਿਹਾ ਸੀ ਮਹਾਰਾਜ ਇਹਨਾਂ ਦੀ ਕਸਮਾਂ ਦੇ ਇਤਬਾਰ ਕਰ ਲਿਓ, ਕਿਲਾ ਛੱਡ ਦਿਓ। ਸੱਚੇ ਪਾਤਸ਼ਾਹ ਨੇ ਸਾਨੂੰ ਸੱਚਾਈ ਜਿਹੜੀ ਹੈ, ਜਿਹੜੀ ਦਾਸ ਨੇ ਗੱਲ ਕਹੀ ਸੀ ਨਾ, ਕਲਗੀਧਰ ਪਾਤਸ਼ਾਹ ਮਹਾਰਾਜ ਥਿਊਰੀ ਵਾਲੇ ਗੁਰੂ ਨਹੀਂ ਨੇ, ਉਹ ਥਿਊਰੀ ਪਲੱਸ ਪ੍ਰੈਕਟੀਕਲ ਵਾਲੇ ਗੁਰੂ ਨੇ। ਮਹਾਰਾਜ ਨੇ ਕਿਹਾ ਆਹ ਦੇਖ ਲਓ ਖਾਲਸਾ ਜੀ, ਇਹਨਾਂ ਦੇ ਹਾਲ ਝੂਠੇ ਫਰੇਬੀ ਮੱਕਾਰ ਹੋ ਕੇ ਸਾਡੇ ਸਾਹਮਣੇ ਬੈਠੇ ਨੇ। ਜਨ ਸਮੁੰਦਰ ਮਥ ਬੇ ਕਹੋ ਜਨੀਅਤ। ਐਵੇਂ ਜਾਣ ਲਓ ਜਿਸ ਤਰ੍ਹਾਂ ਸਮੁੰਦਰ ਮੰਥਨ ਹੋ ਰਿਹਾ ਸੀ, ਇੱਕ ਪਾਸੇ ਦੇਵਤੇ ਸੀਗੇ ਤੇ ਇੱਕ ਪਾਸੇ ਦੈਂਤ ਸੀਗੇ, ਤੇ ਵਿਸ਼ਵ ਵਿੱਚ ਜਿਹੜਾ ਸੀ ਮੰਦਿਆਚਲ ਪਰਬਤ ਦਾ ਨੇਂਦਰਾ ਪਾ ਕੇ ਦੈਂਤਾਂ ਨੇ ਤੇ ਦੇਵਤਿਆਂ ਨੇ ਉਹ ਮੰਦਰਾਚਲ ਪਰਬਤ ਨੂੰ ਰਗੜਿਆ ਸੀ, ਵਿੱਚੋਂ ਰਤਨ ਨਿਕਲੇ ਸਨ। ਕਹਿੰਦੇ ਐਵੇਂ ਜਾਣ ਲਓ ਦੇਵਤਿਆਂ ਦੀ ਤੇ ਦੈਂਤਾਂ ਦੀ ਲੜਾਈ ਹੋ ਰਹੀ ਹੈ। ਜਬ ਆਪਸ ਮਹਿਰਾਰ ਮਚਾਈ। ਜਦੋਂ ਆਪਸ ਹੀ ਰੌਲਾ ਪਿਆ, ਤਬ ਉਪਰ ਤੇ ਤੋਪ ਚਲਾਈ। ਉੱਪਰੋਂ ਹੀ ਫਿਰ ਤੋਪ ਚਲਾਈ ਕਲਗੀਧਰ ਪਾਤਸ਼ਾਹ ਮਹਾਰਾਜ ਨੇ। ਗਾਜਤ ਗਾਜ ਸਮਾਨ ਮਹਾਨੀ। ਜਦੋਂ ਬਾਗਣ ਤੇ ਬਿਜਲ ਚੱਲੀ, ਫੇਰ ਖਾਲਸਾ ਜੀ ਤੁਰਕਾਂ ਦੀਆਂ ਲਾਸ਼ਾਂ ਹਵਾ ਚੁੜਦੀਆਂ ਦਿਖੀਆਂ, ਜੰਗ ਦਾ ਮਾਹੌਲ ਬਣਿਆ। ਕਲਗੀਧਰ ਪਾਤਸ਼ਾਹ ਮਹਾਰਾਜ ਸੂਰਮਿਆਂ ਦੇ ਸੂਰਮੇ, ਯੋਧਿਆਂ ਦੇ ਯੋਧੇ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣਾ ਰਾਜਨੀਤੀ ਵਾਲਾ ਦਾਵ ਤੇ ਜੰਗ ਵਾਲਾ ਦਾਵ, ਦੋਨੋਂ ਦਾਵ ਦਿਖਾਏ। ਉਹ ਕਿਸ ਤਰ੍ਹਾਂ ਬਈ ਉਹਨਾਂ ਨੂੰ ਹਜੇ ਵੀ ਲੱਗੇ ਵੀ ਅਸੀਂ ਧਨ ਨਹੀਂ ਲੈ ਕੇ ਜਾ ਰਹੇ ਹਾਂ, ਬਈ ਗੁਰੂ ਨੇ ਉੱਪਰੋਂ ਤੋਪ ਚਲਾਈ ਹੈ ਵੀ ਮੇਰਾ ਧਨ ਨਾ ਲੁੱਟੋ, ਉਹ ਹੋਰ ਧਨ ਨੂੰ ਜੱਫੀਆਂ ਪਾ ਰਹੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸਿਫਤ ਕਿੱਥੇ ਤੱਕ ਸੁਣਾਈਏ ਖਾਲਸਾ ਜੀ, ਸ਼ਬਦ ਖਤਮ ਹੋ ਜਾਂਦੇ ਨੇ। ਪਰ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸੋਚ ਦੀ, ਮਹਾਰਾਜ ਦੀ ਪਵਿੱਤਰਤਾ ਦੀ, ਮਹਾਰਾਜ ਦੀ ਮਰਿਆਦਾ ਦਾ ਕੋਈ ਅੰਤ ਨਹੀਂ। ਕਰੇ ਸ਼ਤਰ ਸਮੁਦਾਇ ਸੁਹਾਨੀ। ਸ਼ਤਰੂਆਂ ਦੇ ਉੱਤੇ ਮਹਾਰਾਜ ਨੇ ਤੋਪਾਂ ਦੇ ਗੋਲੇ ਤੇ ਬਿਜਲੀਆਂ ਵਾਲੀਆਂ ਬੰਦੂਕਾਂ ਚਲਾ ਦਿੱਤੀਆਂ। ਲਗੀ ਹੋਣ ਗੋਰਨ ਕੀ ਮਾਰ। ਅਗਲੇ ਜਦੋਂ ਗੋਲੀਆਂ ਚਲੀਆਂ ਨਾ, ਉਹਨਾਂ ਦੀ ਛਾਤੀਆਂ ਪੀੜ ਪੀੜ ਕੇ ਪਿੱਛੇ ਗਿਰਦੇ ਨੇ। ਜਿਸ ਤੇ ਮਰੇ ਹਜ਼ਾਰ ਜੁਝਾਰ। ਤਕਰੀਬਨ ਹਜ਼ਾਰੋਂ ਹੀ ਤੁਰਕ ਤੇ ਪਹਾੜੀ ਰਾਜੇ ਇਸ ਤਰ੍ਹਾਂ ਮਹਾਰਾਜ ਨੇ ਮੌਤ ਦੇ ਘਾਟ ਉਤਰਵਾ ਦਿੱਤੇ। ਕੁਛ ਆਪਸ ਮਹਿ ਮੂਰਖ ਮਰੇ। ਕੁਝ ਆਪਸ ਦੇ ਅੰਦਰ ਸ਼ਸਤਰ ਲਗਾ ਕੇ ਮਰ ਪਏ। ਕੁਛ ਸਤਿਗੁਰੂ ਮਾਰ ਅਰ ਹਰੇ। ਕੁਝ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੋਪਾਂ ਦੇ ਨਾਲ ਤੇ ਬੰਦੂਕਾਂ ਨਾਲ ਚਟਕਵਾ ਦਿੱਤੇ। ਲੀਲੇ ਗੋਨ ਗਾਏ ਨਿਜ ਡੇਰੇ। ਕਹਿੰਦੇ ਆਪਣਾ ਗੌਨ ਲੈ ਕੇ, ਗੜਬੈਲ ਲੈ ਕੇ ਡੇਰੇ 'ਚ ਚਲੇ ਗਏ, ਕਿਸੇ ਨੇ ਮੰਦਿਰ ਦੇ ਥੱਲੇ ਛੁਪਾ ਦਿੱਤਾ। ਧਰੇ ਛੁਪਾਏ ਨਹੀਂ ਦ੍ਰਿਗ ਹੇਰੇ। ਦੇਖਿਆ ਨਹੀਂ ਖੋਲ ਕੇ, ਕਿਉਂਕਿ ਜਦੋਂ ਚੋਰ ਧਨ ਲੁੱਟ ਕੇ ਲੈ ਕੇ ਜਾਂਦਾ ਉੱਥੇ ਗਿਣਦਾ ਨਹੀਂ ਕਦੇ ਵੀ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜੋ ਗੜਬੈਲ ਤਿਰਾਏ ਪੂਰੇ ਦਾ ਪੂਰਾ ਗੌਣ ਹੀ ਲੈ ਕੇ ਆਪਣੇ ਘਰ ਦੇ ਅੰਦਰ ਮੰਦਿਰ ਦੇ ਥੱਲੇ ਛੁਪਾ ਦਿੱਤਾ। ਨਿਜ ਨਿਜ ਮਹਿ ਕਰ ਕਰ ਤਕਰਾਈ। ਆਪਸ ਦੇ ਅੰਦਰ ਜੰਗ ਵੀ ਲੜਦੇ ਰਹੇ ਤੇ ਮਹਾਰਾਜ ਦਾ ਧਨ ਵੀ ਛੁਪਾ ਲਿਆ। ਖਾਨ ਪਾਨ ਥਲ ਗੂਨ ਛਪਾਈ। ਹੋਰ ਕਿੱਥੇ? ਰਸੋਈ ਦੇ ਅੰਦਰ ਉੱਥੇ ਛੁਪਾ ਦਿੱਤਾ। ਜਿਹੜੀ ਲਿੱਦਾਂ ਦਲਵਾਈਆਂ ਸੀ, ਘੋੜਿਆਂ ਦਾ ਮਾਂਸ, ਅਜੇ ਤੇ ਪਤਾ ਨਹੀਂ, ਖੋਲਣਗੇ ਤਾਂ ਪਤਾ ਲੱਗੇਗਾ। ਜਹ ਪੂਜਾ ਠਾਕਰ ਕੀ ਕਰੈ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਧਨ ਜਿਹੜਾ ਭੇਜਿਆ ਸੀਗਾ ਮਹਾਰਾਜ ਨੇ ਗੁਪਤੀ ਖੇਡ ਦੇ ਅੰਦਰ, ਉਹ ਠਾਕਰਾਂ ਦੀ ਪੂਜਣ ਵਾਲੀ ਜਗ੍ਹਾ ਤੇ ਛੁਪਾਇਆ। ਸਾਂਭ ਸਾਂਭ ਕਰ ਗੁਪਤੀ ਧਰੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਧਨ ਸੀਗਾ ਇਸ ਤਰ੍ਹਾਂ ਗੁਪਤ ਪ੍ਰਕਾਰ, ਕਿੱਥੇ ਤੱਕ ਹੋ ਗਿਆ ਪ੍ਰਸੰਗ, ਦੋ ਪੰਕਤੀਆਂ ਰਹਿ ਗਈਆਂ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਧਨ ਸੀ ਛੁਪਾ ਕੇ ਰੱਖਦੇ ਨੇ। ਜਾਨ ਹੈ ਹਮ ਸਭ ਕਿਛ ਲੈ ਆਏ। ਕਹਿੰਦੇ ਸੋਚਦੇ ਨੇ ਅਸੀਂ ਸਾਰਾ ਕੁਝ ਲੈ ਆਏ ਆ। ਪੁੱਤਰ ਪੌਤਰ ਲਗ ਬੈਠਾ ਹੈ ਖਾਏ। ਸਾਡੇ ਪੋਤਰੇ ਤੇ ਪੁੱਤਰ ਬਹਿ ਕੇ ਖਾਣਗੇ ਆ ਧਨ। ਲਰਨ ਮਰਨ ਸਫਲੋ ਅਬ ਭਇਓ। ਲੜਨਾ ਮਰਨਾ ਸਫਲਾ ਹੋ ਗਿਆ, ਗੁਰੂ ਦਾ ਧਨ ਲੁੱਟ ਲਿਆ ਹੈ। ਕਾਲੀ ਕਾਲ ਜਿਤਕ ਧਨ ਲਿਓ। 7 ਮਹੀਨੇ ਤੋਂ ਭੁੱਖੇ ਪਿਆਸੇ ਬੈਠੇ ਸੀਗੇ, ਅੱਜ ਪੂਰੀ ਹੋ ਗਈ, ਗੁਰੂ ਦਾ ਸਾਰਾ ਧਨ ਲੁੱਟ ਲਿਆ ਹੈ। ਰੱਖੀ ਦੁਰਾਏ ਭਏ ਥਿਰ ਡੇਰੇ। ਸੱਚੇ ਪਾਤਸ਼ਾਹ ਮਹਾਰਾਜ ਦਾ ਧਨ ਛੁਪਾ ਕੇ ਡੇਰੇ ਵਿੱਚ ਰੱਖ ਲਿਆ। ਮੁਖ ਤੂਸ਼ਨ ਮਨ ਮੁਦਿਤ ਬਡੇਰੇ। ਇਸ ਪ੍ਰਕਾਰ ਚੁੱਪ ਕਰਕੇ ਧਨ ਜਦੋਂ ਲੁਕੋ ਕੇ ਰੱਖ ਲਿਆ। ਨਹਿ ਜਨ ਹੈ ਮੂਰਖ ਅਲਪਗ। ਕਵੀ ਰਾਏ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੂਰਖ ਤੇ ਅਲਪਗ ਜੀਵ ਨਹੀਂ ਜਾਣਦੇ। ਚਾਹੇ ਛਲਿਓ ਗੁਰੂ ਸਰਬੱਗ। ਅਛਲ
ਛਲਣ ਤੁਦੇ ਆਇਆ। ਅਛਲ ਨੂੰ ਕੀ ਛਲਣਾ ਚਾਹੁੰਦੇ ਹੋ, ਉਹਨੇ ਤੁਹਾਨੂੰ ਹੀ ਛਲ ਲਿਆ ਹੈ ਸੱਚੇ ਪਾਤਸ਼ਾਹ ਨੇ। ਸਮਤ ਨਿਧਾਨ ਗੁਰੂ ਮਨ ਭਾਇਓ। ਸੁਮਤ ਨਿਧਾਨ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ। ਅਜਬ ਤਗੇ ਪਰ ਦਗਾ ਦਿਖਾਇਓ। ਉਹਨਾਂ ਦੇ ਦਗੇ ਦੇ ਉੱਤੇ ਮਹਾਰਾਜ ਨੇ ਦਗਾ ਮਾਰਿਆ। ਕਹਿੰਦੇ ਨਾ ਸ਼ੇਰ ਦੇ ਉੱਤੇ ਸਵਾ ਸ਼ੇਰ। ਉਹਨਾਂ ਦੀ ਚਾਲ ਸੀ ਕਿ ਗੁਰੂ ਦਾ ਧਨ ਲੁੱਟਾਂਗੇ। ਮਹਾਰਾਜ ਨੇ ਉਹਨਾਂ ਦੇ ਘਰ ਦੇ ਅੰਦਰ ਲਿੱਦ ਪਹੁੰਚਾ ਦਿੱਤੀ ਹੈ, ਤੇ ਜਿੱਥੇ ਲਿੱਦ ਪਹੁੰਚਾਈ ਹੈ, ਜਿੱਥੇ ਸਭ ਤੋਂ ਪਵਿੱਤਰ ਜਗ੍ਹਾ ਹੈ, ਉੱਥੇ ਲਿੱਦ ਛੁਪਾ ਕੇ ਰੱਖੀ ਹੈ। ਹੁਣ ਜਦੋਂ ਕੱਲ ਖੋਲ ਕੇ ਦੇਖਣਗੇ ਸਵੇਰੇ, ਆਪਣੇ ਆਪ ਦੇ ਸਿਰ ਦੇ ਉੱਤੇ ਹੱਥ ਮਾਰਨਗੇ। ਗੁਰੂ ਤੋਂ ਵੀ ਬੇਮੁਖ ਹੋਏ, ਧਨ ਵੀ ਪੱਲੇ ਨਹੀਂ ਪਿਆ, ਤੇ ਧਰਮ ਤੋਂ ਵੀ ਹਾਰੇ ਹਾਂ। ਛਲ ਕੋ ਕਰਤ ਧਰਮ ਛਲਵਾਇਓ। ਆਪਣਾ ਛਲ ਕਰਦੇ ਕਰਦੇ ਧਰਮ ਹੀ ਗਵਾ ਲਿਆ, ਕਸਮ ਵੀ ਝੂਠੀ ਹੋ ਗਈ ਸਾਡੀ। ਨਰਕ ਉਚਿਤ ਭੇ ਕਛੂ ਨ ਪਾਇਓ। ਇਸ ਪ੍ਰਕਾਰ ਨਰ ਉਚਿਤ ਕੁਝ ਵੀ ਵਿਅਕਤੀਆਂ ਨੇ ਸੋਚਿਆ ਨਹੀਂ, ਉਚਿਤ ਤੇ ਅਨੁਚਿਤ ਕੀ ਹੈ ਉਹ ਕਰ ਦਿੱਤਾ। ਮਹਾਪੁਰਖ ਸੋ ਜੋ ਛਲ ਠਨ। ਗੁਰੂ ਪਾਤਸ਼ਾਹ ਮਹਾਪੁਰਖ ਨੇ, ਅਕਾਲ ਪੁਰਖ ਵਾਹਿਗੁਰੂ ਦੇ ਸੁੱਤ ਨੇ, ਉਹਨਾਂ ਦੇ ਨਾਲ ਜੋ ਵੀ ਕੋਈ ਦਗਾ ਕਮਾਵੇਗਾ, ਛਲਿਓ ਜਾਏ ਦੁਐ ਲੋਕ ਸੋਹਨ। ਉਹਦੇ ਦੀਨ ਤੇ ਦੁਨੀ ਦੋਨੋਂ ਹੀ ਖਤਮ ਹੋ ਜਾਣਗੇ। ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਲਣ ਦੀ ਕੋਸ਼ਿਸ਼ ਕਰੇਗਾ। ਲੂਟ ਗਵਾਰ ਸਰਬ ਲੈ ਗਏ। ਇਸ ਪ੍ਰਕਾਰ ਸਾਰਾ ਹੀ ਧਨ ਲੁੱਟ ਕੇ ਲੈ ਗਏ। ਇਸ ਮਹਿ ਨਹੀਂ ਨਿਹਾਰਤ ਭਏ। ਤੇ ਰਾਤ ਨੂੰ ਤਾਂ ਧਨ ਨਹੀਂ ਖੋਲਿਆ, ਹੁਣ ਕੱਲ ਖੋਲ ਕੇ ਦੇਖਣਗੇ ਉਹਨਾਂ ਦੀ ਹਾਲਤ। ਕੱਲ ਦੇ ਦੀਵਾਨਾਂ ਦੇ ਅੰਦਰ ਗੁਰੂ ਪਾਤਸ਼ਾਹ ਮਹਾਰਾਜ ਬਿਆਨ ਕਰਾਣਗੇ। ਖਾਲਸਾ ਜੀ, ਸਮੇਂ ਥੋੜਾ ਵਧੀਕ ਹੋ ਗਿਆ, ਮਾਫੀ ਚਾਹੁੰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਨੇ ਆਨੰਦ ਹੀ ਇੰਨਾ ਬਖਸ਼ਿਸ਼ ਕੀਤਾ ਸੀ ਕਿ ਪਤਾ ਹੀ ਲੱਗਿਆ 7:30 ਕਦ ਹੋ ਗਏ ਨੇ। ਰਾਗੀ ਸਿੰਘਾਂ ਨੂੰ ਮਾਫੀ ਹੈ ਵੀ ਉਹਨਾਂ ਨੇ ਹਾਜ਼ਰੀ ਨਹੀਂ ਹੋ ਪਾਈ। ਸੱਚੇ ਪਾਤਸ਼ਾਹ ਮਹਾਰਾਜ ਇੰਨੇ ਕੁ ਬਚਨ ਪ੍ਰਵਾਨ ਕਰਨੇ। ਗੁਰੂ ਪਾਤਸ਼ਾਹ ਮਹਾਰਾਜ ਆਪਣਾ ਇਤਿਹਾਸ ਆਪ ਵਿੱਚ ਵਰਤ ਕੇ ਸਰਵਣ ਕਰਾਣ। ਇਤਿਹਾਸ ਸੁਣਾਉਂਦੇ ਹੋਈਆਂ ਭੁੱਲਾਂ ਗਲਤੀਆਂ ਦੀ ਖਾਲਸਾ ਜੀ ਖਿਮਾ ਬਖਸ਼ਿਸ਼ ਕਰਨੀ ਜੀ। हे गोविंद हे गोपाल हे दयाल लाल, प्राणनाथ ना सखे दीन दर्द निवार। हे समराथे अगम पूर्ण मोहे माया तार। अंधकूप महाभयान नानक पार उतार। आए प्रभ शरणागति कृपा निध दयाल। एक अखर हर मन बसत होत निहाल। फाहे काटे मिटे गवन फतेह भई मन जीत। नानक गुर ते थित पाई फिरन मिटे नित नीत। वाहिगुरु जी का खालसा वाहिगुरु जी की फतेह।